किसानी अंदोलन ਵੇਲੇ जी बहुत लोग नाल सी, पूरा पंजाब नाल सी जी पर हुण राजनीतिक पार्टियां ਜਿਹੜੀਆਂ किसानी अंदोलन ਦੀ ਸਟੇਜ ਉੱਤੇ ਨਹੀਂ ਚੜ ਸਕਦੀਆਂ ਸੀ, ਤੁਸੀਂ ਉਹਨਾਂ ਦੇ ਨਾਲ ਮੈਦਾਨ ਦੇ ਵਿੱਚ ਲੜ ਰਹੇ ਹੋ जी ਕੀ ਕੁਝ ਵੱਖਰਾ ਆ? ਸਾਨੂੰ ਕੋਈ ਇਲੈਕਸ਼ਨ ਲੜਨ ਦਾ ਚਾਅ ਨਹੀਂ ਸੀ, ਸਾਡੀ ਤਾਂ ਇਹ ਮਜਬੂਰੀ ਹੈ। ਅਸੀਂ 80% ਲੋਕ ਹਾਂ ਪਿੰਡਾਂ ਦੇ ਵਸਦੇ ਹਾਂ, ਜਿਹੜੇ 80% ਲੋਕ, ਸਾਡੀ 2.5 ਕਰੋੜ ਦੀ ਪੰਜਾਬ ਦੀ ਆਬਾਦੀ ਹੈ ਤੇ 1.25 ਕਰੋੜ ਸਾਡੀ ਵੋਟ ਹੈ ਤੇ 59 ਲੱਖ ਵੋਟ ਨਾਲ ਸਰਕਾਰ ਬਣੀ ਹੈ, ਜਿਹਦੇ ਚ 90 ਲੱਖ ਵੋਟ ਦੇ ਅਸੀਂ ਮਾਲਕ। ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਫਿਰ ਇਹਨਾਂ ਮੂਹਰੇ ਹੱਥ ਅੱਡੇ ਜਾਂਦੇ ਹਾਂ। ਰਾਜਨੀਤੀ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਦਾ ਹੁਣੇ ਕਹਿਣਾ ਕਿ ਅਸੀਂ ਰਾਜਨੀਤੀ ਦੇ ਵਿੱਚ ਜੋ ਗੰਦਗੀ ਫੈਲ ਗਈ ਹੈ ਜੀ ਕਿ ਜੋ ਭਲਾ ਰਾਜਨੀਤੀ ਨੇ ਕਰਨਾ ਸੀ, ਸਿਆਸੀ ਲੀਡਰਾਂ ਨੇ ਕਰਨਾ ਸੀ, ਉਹ ਆਪਣੇ ਘਰਾਂ ਦਾ ਉਹਨਾਂ ਨੇ ਕਰ ਲਿਆ, ਲੋਕਾਂ ਦਾ ਨਹੀਂ ਕੀਤਾ। ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਕਰਾਂਗੇ, ਕਿਹੜੀਆਂ ਚੁਣੌਤੀਆਂ ਮੰਨਦੇ ਹੋ? ਕਿਉਂਕਿ ਹੁਣ ਜਿਹੜਾ ਸੰਘਰਸ਼ ਲੜ ਕੇ ਆਏ ਲੋਕ ਨੇ ਇੰਨੀ ਛੇਤੀ ਨਹੀਂ ਭੁੱਲੇ ਉਹ ਜੀ, ਵੀ 1.25 ਸਾਲ ਦਿੱਲੀ ਦੀਆਂ ਸੜਕਾਂ ਦੇ ਉੱਤੇ ਢੂਹੀਆਂ ਰਗੜਾਈਆਂ ਹੁਣ ਤੇ ਹੁਣ ਇੰਨੀ ਛੇਤੀ ਭੁੱਲ ਜਾਣਗੇ, ਨਹੀਂ ਭੁੱਲੇ। ਸਾਡੀ ਕੌਮ ਤਾਂ 300 ਸਾਲ ਨਹੀਂ ਭੁੱਲਦੀ ਹੈ ਜੀ। ਸੋ ਇਸ ਕਰਕੇ ਸਾਨੂੰ ਕੋਈ ਚੁਣੌਤੀ ਨਹੀਂ। ਤੇ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਜਥੇਬੰਦੀਆਂ ਦੇ, ਕਿਸਾਨਾਂ ਦੇ ਜਿਹੜੇ ਝੰਡੇ ਚੱਕੀ ਫਿਰਦੇ ਸੀ, ਅੱਜ ਜੋ ਕੋਈ ਫਿਰ ਕਾਂਗਰਸ ਦਾ ਚੱਕ ਰਿਹਾ, ਕੋਈ ਅਕਾਲੀ ਦਲ ਦਾ ਚੱਕ ਰਿਹਾ, ਤਾਂ ਉਹ ਲੱਗਦਾ ਨਹੀਂ ਕਿ ਲੋਕ ਪਿੱਛੇ ਮੁੜ ਕੇ ਫਿਰ ਉਹਨਾਂ ਪਾਰਟੀਆਂ ਵੱਲ ਨੂੰ ਆ? ਦੇਖੋ, ਜਿਹੜੇ ਇਹ ਸਾਡੇ ਘੜਾਮ ਚੌਧਰੀ ਹੁੰਦੇ ਨੇ ਨਾ ਪਿੰਡਾਂ ਦੇ ਵਿੱਚ, ਜਿਹੜੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ, ਉਹ ਉਵੇਂ ਹੀ ਅੱਜ ਝੰਡੇ ਚੱਕ ਕੇ ਉਹਨਾਂ ਨੇ ਲਾ ਲਏ, ਪਰ ਲੋਕ ਉਹਦੇ ਨਾਲ ਨਹੀਂ, ਕਿਸਾਨ ਉਹਦੇ ਨਾਲ ਨਹੀਂ ਹੈ, ਮਜ਼ਦੂਰ ਉਹਦੇ ਨਾਲ। 5 ਰਾਜਾਂ ਦੇ ਵਿੱਚ ਚੋਣਾਂ ਇੱਕ ਬਰਾਬਰ ਹੋ ਰਹੀਆਂ ਨੇ, ਉਸੇ ਸਮੇਂ ਯੂਪੀ ਦੇ ਵਿੱਚ ਵੀ ਹੋ ਰਹੀਆਂ ਨੇ, ਗੋਆ ਦੇ ਵਿੱਚ ਵੀ ਹੋ ਰਹੀਆਂ ਨੇ। ਇੱਕ ਜਗ੍ਹਾ ਤੇ ਕਿਸਾਨ ਜਿੱਤੇ ਆਉਂਦੇ ਨੇ, ਜੇਕਰ 4 ਜਗ੍ਹਾ ਤੇ ਬੀਜੇਪੀ ਜਿੱਤੇ ਆਉਂਦੀ ਹੈ ਤਾਂ ਬੀਜੇਪੀ ਭਾਰੀ ਰਹੇਗੀ। ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਇੱਕ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ, ਇੱਥੇ ਕਾਂਗਰਸ ਦੀ ਸਰਕਾਰ ਸੀ। 4 ਸਟੇਟਾਂ ਦੇ ਵਿੱਚ ਕੇਜਰੀਵਾਲ ਇਲੈਕਸ਼ਨ ਨਹੀਂ ਲੜ ਰਿਹਾ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਿਹਾ। ਇਟ ਮੀਨਜ਼ ਇਹ ਬੀਜੇਪੀ ਦੀ ਬੀ ਟੀਮ ਹੈ, ਇਹ ਬੀਜੇਪੀ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ। ਕੇਜਰੀਵਾਲ ਜਾਂ ਹੋਰ ਫਲਾਣਾ ਟਮਕਾਣਾ ਜਿਹੜੇ ਤੁਰੇ ਫਿਰਦੇ ਨੇ, ਇਹ ਸਾਡਾ ਨਹੀਂ ਕੁਝ ਵਿਗਾੜ ਸਕਦੇ। ਕਿਸਾਨ ਜਥੇਬੰਦੀਆਂ ਨੇ ਜਿਹੜੀ ਪਾਰਟੀ ਬਣਾਈ ਉਹਦੇ ਉੱਤੇ ਤਾਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਿਕਟਾਂ ਦੀ ਵੰਡ ਹੈ ਜਿਹੜੀ ਉਹ ਕਾਣੀ ਵੰਡ ਹੋਈ ਹੈ, ਕਿ ਬਹੁਤ ਸਾਰੇ ਅਜਿਹੇ ਦਾਅਵੇਦਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਜਿਹੜੇ ਦਾਅਵੇਦਾਰ ਹੀ ਨਹੀਂ ਸਨ, ਜਾਂ ਜਿਹੜੇ ਪਿੱਛੋਂ ਸਿਆਸੀ ਪਿਛੋਕੜ ਵਾਲੇ ਸਨ, ਜਾਂ ਜਿਹੜੇ ਹੁਣੇ ਕਿਸੇ ਸਿਆਸੀ ਪਾਰਟੀਆਂ ਤੋਂ ਨਿਕਲ ਕੇ ਆਏ ਨੇ। ਇਸ ਟਾਈਮ 25 ਟਿਕਟਾਂ ਹੀ ਆਈਆਂ ਨੇ ਜਿਹੜੇ ਐਗਰੀਕਲਚਰ ਨਾਲ, ਜਿਹੜੇ ਬੱਚਿਆਂ ਨੇ PhD ਕੀਤੀ ਹੋਈ ਆ, ਉਹਨਾਂ ਨੂੰ ਟਿਕਟਾਂ ਮਿਲੀਆਂ ਨੇ। ਹੁਣ ਉਹਨਾਂ ਦਾ ਹੱਕ ਬਣਦਾ ਸੀਗਾ ਜੀ, ਕਿਉਂਕਿ ਸਾਡੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਨੇ। ਜੇ ਹੁਣ ਅਸੀਂ ਕਹਿ ਦਈਏ ਵੀ ਆਪ ਪਾਰਟੀ ਦੇ ਚੱਕ ਕੇ ਜਿਵੇਂ ਆਮ ਵਾਲਿਆਂ ਨੇ ਟਿਕਟ ਦਿੱਤੀ ਤਾਂ ਅਸੀਂ ਦੇ ਦਿਓ, ਫਿਰ ਤਾਂ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ ਨਾ। ਹੁਣ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਨੇ 60 ਟਿਕਟਾਂ ਉਹਨਾਂ ਨੂੰ ਦਿੱਤੀਆਂ ਨੇ, ਜਿਹੜੇ ਕਾਂਗਰਸ ਚੋਂ ਭੱਜ ਕੇ ਆਏ ਸੀਗੇ, ਜਿਹੜੇ ਬੀਜੇਪੀ ਚੋਂ ਭੱਜ ਕੇ ਆਏ ਸੀਗੇ, ਜਿਹੜੇ ਅਕਾਲੀ ਦਲ ਤੋਂ ਭਗੌੜੇ ਸੀਗੇ, ਸਾਰਿਆਂ ਨੂੰ ਟਿਕਟਾਂ ਉਹਨਾਂ ਨੂੰ ਦਿੱਤੀਆਂ ਨੇ। ਫਿਰ ਉਹ ਕੀ ਬਦਲਣਗੇ? ਜਿਵੇਂ MLA ਖਰੀਦਣ ਦਾ ਵੀ ਕੰਮ ਚੱਲਦਾ ਆ, ਤੁਸੀਂ MLA ਬਣਦੇ ਹੋ, ਸਰਕਾਰ ਜੇਕਰ ਕਿਸੇ ਹੋਰ ਦੀ ਹੈ ਜਾਂ ਕਿਸੇ ਸਪਸ਼ਟ ਬਹੁਮਤ ਨਹੀਂ ਮਿਲਦਾ, MLA ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ, ਤੁਹਾਡੇ ਤੱਕ ਕੋਈ ਪਹੁੰਚ ਕਰਦਾ ਆ, ਤਾਂ ਉਹ ਲੋਕਾਂ ਨੂੰ ਤੁਸੀਂ ਭਰੋਸਾ ਕਿਵੇਂ ਦਿਵਾਓਗੇ ਕਿ ਤੁਸੀਂ ਉਹਨਾਂ ਦੇ ਜਿਹੜੀ ਹੱਕ ਦੇ ਆਵਾਜ਼ ਜਾਂ ਜਿਹੜਾ ਹੱਕ ਦੇ ਉੱਤੇ ਪਹਿਰਾ ਦਿੰਦੇ ਰਹੋਗੇ? ਮੈਂ ਇਸ ਹਲਕੇ ਦੀ 25-26 ਸਾਲ ਸਾਧ ਬਣ ਕੇ ਸੇਵਾ ਕੀਤੀ ਹੈ, ਤਾਂ ਉਸ ਸੇਵਾ ਦਾ ਜਿਹੜਾ ਫਲ ਹੈ ਉਹ ਮੈਨੂੰ ਹੁਣ ਆ ਕੇ ਮਿਲਿਆ। ਰੋਜ਼ TV ਤੇ ਦੇਖਦੇ ਹੋ 116 ਹਲਕਿਆਂ ਦੇ ਵਿੱਚ ਕੋਈ ਰੌਲਾ ਹੈ ਨਹੀਂ, ਤੇ 117ਵਾਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿਹੜੀ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਤੇ MLA ਸਾਹਿਬ ਉਹਦਾ ਕੋਈ ਹੈ ਜਾਂ ਪਿੰਡ ਜਿੱਥੇ ਵਿਰੋਧ ਨਾ ਹੋਇਆ ਹੋਵੇ। ਫਿਰ ਕਿਹੜੇ ਵਿਕਾਸ ਦੀ ਗੱਲ ਕਰਦੇ ਹਾਂ ਅਸੀਂ? ਵਿਕਾਸ ਨਹੀਂ, ਹਲਕੇ ਦਾ ਤਾਂ ਵਿਨਾਸ਼ ਕੀਤਾ ਹੈ, ਪਰਚਿਆਂ ਦੀ ਰਾਜਨੀਤੀ ਕੀਤੀ ਹੈ, ਸਰਪੰਚਾਂ ਨੂੰ ਦਬਾਇਆ ਗਿਆ। ਜਿੰਨੇ ਵਰਕਰ ਸੀਗੇ ਸਾਡੇ ਵਰਗੇ A1 ਵਰਕਰ, ਜਿਨ੍ਹਾਂ ਨੇ ਪਾਰਟੀ ਨੂੰ ਕਿਤੇ ਤੇ ਕਿਤੇ 24,000 ਵੋਟ ਤੇ, ਕਿੱਥੇ ਤਾਂ 3,000 ਵੋਟ ਤੇ ਜਿੱਤੇ ਸੀ ਤੇ ਕਿੱਥੇ 24,000 ਵੋਟ ਤੇ ਜਿੱਤੇ, ਤੇ ਸਾਡੇ ਵਰਗੇ ਵਰਕਰਾਂ ਨੂੰ ਲਤਾੜ ਕੇ ਰੱਖਤਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬੱਸਾਂ ਦੇ ਸ਼ਹਿਰਾਂ ਦੇ ਵਿੱਚ ਬੋਰਡ ਲੱਗੇ ਵੀ ਸੀਗੇ, ਤੇ ਹੁਣ ਬਾਅਦ ਚ ਚੰਨੀ ਸਾਹਿਬ ਦੇ ਬੋਰਡ ਲੱਗ ਗਏ। ਮੇਰਾ ਖਿਆਲ ਹੈ ਜੋ ਬੋਰਡਾਂ ਤੇ ਖਰਚਾ ਹੋਇਆ ਸ਼ਾਇਦ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਜੇ ਕਿਤੇ ਸਕੂਲਾਂ 'ਚ ਇਹ ਇੰਨਾ ਕੁ ਖਰਚਾ ਸਕੂਲਾਂ 'ਚ ਕਰ ਦਿੰਦੇ ਤਾਂ ਵਧੀਆ ਐਜੂਕੇਸ਼ਨ ਆ ਜਾਂਦੀ। ਜੇ ਇਹੀ ਖਰਚਾ ਹਸਪਤਾਲਾਂ 'ਚ ਕਰ ਦਿੰਦੇ ਤਾਂ ਸ਼ਾਇਦ ਹੋ ਸਕਦਾ ਹਸਪਤਾਲਾਂ 'ਚ ਦਵਾਈਆਂ ਆ ਜਾਂਦੀਆਂ। ਤਾਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੀਆਂ ਨੇ ਕਿ ਕੋਈ ਪਾਰਟੀ ਕਹਿੰਦੀ ਹੈ ਕਿ ਸਿੱਖ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ, ਫਿਰ ਕੋਈ ਪਾਰਟੀ ਆ ਕੇ ਕਹਿ ਦਿੰਦੀ ਹੈ ਕਿ ਅਸੀਂ ਮੁੱਖ ਮੰਤਰੀ ਹਿੰਦੂ ਬਣਾਵਾਂਗੇ। ਜਾਤ ਪਾਤ ਦੀ, ਧਰਮ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਕਿ ਤੁਸੀਂ ਇਸ ਰਾਜਨੀਤੀ ਤੋਂ ਨਿਖੜ ਕੇ ਸਾਹਮਣੇ ਆ ਕੇ ਚੱਲੋਗੇ ਕਿ ਹਾਂ ਅਸੀਂ ਨਿਰੋਲ ਕਿਸਾਨ ਆ ਤੇ ਕਿਸਾਨ ਜਥੇਬੰਦੀਆਂ ਦੇ ਏਜੰਡੇ ਜਾਂ ਜਿਹੜੇ ਲੋਕਾਂ ਦੇ ਏਜੰਡੇ ਉਹੀ ਲੈ ਕੇ ਚੱਲਾਂਗੇ, ਜਾਂ ਇਸ ਤਰ੍ਹਾਂ ਦੇ ਏਜੰਡੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਚਲਾਏ ਜਾਣਗੇ? ਇਹ ਇਕੱਲੀ ਕਿਸਾਨ ਜਥੇਬੰਦੀਆਂ ਦੀ ਜਥੇਬੰਦੀ ਨਹੀਂ ਕਿ ਮਜ਼ਦੂਰਾਂ ਦੀ ਵੀ ਜਥੇਬੰਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਰਾਜਨੀਤੀ ਦੇ ਵਿੱਚ ਜਾਤ ਪਾਤ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਆ ਕੋਈ ਧਰਮ ਨਹੀਂ ਆਉਣਾ ਚਾਹੀਦਾ। ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ। ਜਿਹਦੀ ਯੋਗਤਾ ਬਣਦੀ ਹੈ ਉਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ। ਜ਼ਰੂਰੀ ਨਹੀਂ ਹੈਗਾ ਕਿ ਇਹ ਹੁਣ ਇਹਦੇ ਜੀ ਇਹ ਕਿੱਸਾਧਾਰੀ ਹੋਣਾ ਚਾਹੀਦਾ ਹੈ ਜਾਂ ਇਹ
ਸਹਿਜਧਾਰੀ ਹੋਣਾ ਚਾਹੀਦਾ। ਮਤਲਬ ਕਹਿਣ ਦਾ ਭਾਵ ਸਾਡੀ ਸਟੇਟ ਨੂੰ ਚੰਗੇ ਤਰੀਕੇ ਚਲਾ ਸਕਦਾ ਹੋਵੇ, ਜਿਹਨੂੰ ਪਤਾ ਹੋਵੇ ਵੀ ਸਟੇਟ ਚਲਾਉਣੀ ਕਿਵੇਂ ਹੈ। ਹੁਣ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਚਲਾਇਆ, ਹਿੰਦੁਸਤਾਨ +7% ਤੇ ਗਰੋਥ ਕਰ ਰਿਹਾ ਸੀਗਾ। ਅੱਜ ਇੱਕ ਚਾਹ ਵਾਲੇ ਕੋਲ ਆ ਗਿਆ ਦੇਸ਼ ਤੇ ਅੱਜ -23% ਤੇ ਆ। ਹੁਣ ਤੁਸੀਂ ਕੀ ਇਹਦੇ 'ਚ ਕੀ ਸੋਚੋਗੇ ਵੀ ਇੱਕ 2% ਆਬਾਦੀ ਵਾਲੇ ਇਨਸਾਨ ਨੇ ਤਾਂ ਦੇਸ਼ ਚਲਾਇਆ ਪਲੱਸ 'ਚ, ਤੇ ਜਿਹੜੀ ਕਮਿਊਨਿਟੀ ਦਾ ਦੇਸ਼ ਹੈ ਉਸ ਬੰਦੇ ਨੂੰ ਅੱਜ ਰਾਜ ਭਾਗ ਉਹਨੇ -23 ਤੇ ਲਿਆਂਦਾ। ਫਿਰ ਇੱਥੇ ਜਾਤ ਪਾਤ ਕੀ ਕਰੂਗੀ? ਤੁਸੀਂ ਦੇਖ ਰਹੇ ਹੋ KTV UK। ਮੈਂ ਅਮਨਦੀਪ ਸਿੰਘ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ 1.5 ਸਾਲ ਸੰਘਰਸ਼ ਲੜਿਆ ਅਤੇ ਜਿੱਤਿਆ। ਪੰਜਾਬ ਦੇ ਇਤਿਹਾਸ ਦੇ ਵਿੱਚ ਬੜਾ ਲੰਬਾ ਸਮਾਂ ਪੰਜਾਬੀਆਂ ਨੇ ਲੜਾਈ ਲੜੀ, ਪਰ ਇੱਕ ਇਹ ਉਹ ਸੰਘਰਸ਼ ਸੀ ਜਿਹੜਾ ਪੰਜਾਬੀਆਂ ਨੇ ਆਪਣੇ ਬਲਬੂਤਿਆਂ ਦੇ ਉੱਤੇ ਜਿੱਤਿਆ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਪੰਜਾਬ ਦੀ ਨੁਹਾਰ ਵੀ ਬਦਲਾਂਗੇ। ਮੁੱਖ ਤੌਰ ਦੇ ਉੱਤੇ ਜਿਹੜੀ ਮੁੱਖ ਵਿਚਾਰਧਾਰਾ ਹੈ ਰਾਜਨੀਤੀ ਨੂੰ ਬਦਲ ਕੇ ਪੰਜਾਬ ਦੀ ਜਿਹੜਾ ਸੁਧਾਰ ਹੈ ਜਾਂ ਦੇਸ਼ ਦਾ ਸੁਧਾਰ ਆ ਉਹ ਕੀਤਾ ਜਾਵੇਗਾ। ਜਿਵੇਂ ਪੰਜਾਬ ਤੋਂ ਕਿਸਾਨੀ ਅੰਦੋਲਨ ਉੱਠਿਆ, ਉਸੇ ਢੰਗ ਦੇ ਨਾਲ ਪੰਜਾਬ ਤੋਂ ਰਾਜਨੀਤੀ ਦਾ ਇੱਕ ਕਿਸਾਨਾਂ ਨੇ ਅੰਦੋਲਨ ਛੇੜਿਆ ਅਤੇ ਹੁਣ ਉਸ ਨੂੰ ਪੂਰੇ ਦੇਸ਼ ਦੇ ਵਿੱਚ ਲਿਜਾਣ ਦੀ ਜਿਹੜੀ ਮੁਹਿੰਮ ਹੈ ਕਿਸਾਨਾਂ ਦੇ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ ਵਿੱਢੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਫਤਿਹਗੜ੍ਹ ਸਾਹਿਬ ਤੋਂ ਨੁਮਾਇੰਦੇ ਸਰਬਜੀਤ ਸਿੰਘ ਮੱਖਣ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਗੁਰਨਾਮ ਸਿੰਘ ਚਲੂਨੀ ਜੀ ਦੇ ਨਾਲ ਪੰਜਾਬ ਦੇ ਵਿੱਚੋਂ ਜੇਕਰ ਸਭ ਤੋਂ ਪਹਿਲਾਂ ਕਿਸੇ ਦਾ ਨਾਂ ਲਿਆ ਜਾਵੇ ਤਾਂ ਸਰਬਜੀਤ ਸਿੰਘ ਮੱਖਣ ਗੁਰਨਾਮ ਸਿੰਘ ਚਲੂਨੀ ਜੀ ਦੇ ਨਾਲ ਚੱਲੇ ਅਤੇ ਅੱਜ ਗੁਰਨਾਮ ਸਿੰਘ ਚਲੂਨੀ ਜੀ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਕਿਸਾਨਾਂ ਦੀ ਆਵਾਜ਼ ਬਣ ਰਹੇ ਨੇ ਅਤੇ ਉਹਨਾਂ ਦੇ ਸਿਆਸੀ ਭਵਿੱਖ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਭਵਿੱਖ ਹੋਵੇਗਾ। ਉਹਨਾਂ ਦੇ ਸਿਆਸੀ ਅਤੀਤ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਕਿਹੜੀਆਂ ਲੋਕਾਂ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਅਪੀਲਾਂ ਨੇ ਸੁਣ ਰਹੇ ਨੇ ਜਾਂ ਲੋਕਾਂ ਦੇ ਕੋਲ ਕਿਹੜੀਆਂ ਗੱਲਾਂ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ KTV ਦੇਖਣ ਵਾਲੇ ਸਰੋਤਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੱਖਣ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਕਿਸਾਨੀ ਅੰਦੋਲਨ ਵੇਲੇ ਜੀ ਬਹੁਤ ਲੋਕ ਨਾਲ ਸੀ, ਪੂਰਾ ਪੰਜਾਬ ਨਾਲ ਸੀ ਜੀ, ਪਰ ਹੁਣ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿਸਾਨੀ ਅੰਦੋਲਨ ਦੀ ਸਟੇਜ ਉੱਤੇ ਨਹੀਂ ਚੜ੍ਹ ਸਕਦੀਆਂ ਸੀ, ਤੁਸੀਂ ਉਹਨਾਂ ਦੇ ਨਾਲ ਮੈਦਾਨ ਦੇ ਵਿੱਚ ਲੜ ਰਹੇ ਹੋ ਜੀ। ਕੀ ਕੁਝ ਵੱਖਰਾ ਆ? ਦੇਖੋ, ਇਹ ਹੈ ਸਾਨੂੰ ਕੋਈ ਇਲੈਕਸ਼ਨ ਲੜਨ ਦਾ ਚਾਅ ਨਹੀਂ ਸੀ। ਸਾਡੀ ਤਾਂ ਇਹ ਮਜਬੂਰੀ ਹੈ। ਮਜਬੂਰੀ ਇਹ ਹੈ, ਅੰਦੋਲਨ ਲੜ ਰਹੇ ਸੀਗੇ, ਅੰਦੋਲਨ ਫਿਰ ਵੀ ਲੜਿਆ ਜਾਂਦਾ, ਹੋਰ ਵੀ ਲੜਿਆ ਜਾਂਦਾ, ਅੱਗੇ ਵੀ ਲੜਦੇ ਰਹਿੰਦੇ। ਪਰ ਗੱਲ ਕੀ ਹੈ ਕਿ ਅਸੀਂ 80% ਲੋਕ ਹੈ ਪਿੰਡਾਂ ਦੇ ਵੱਸਦੇ ਹਾਂ ਜਿਹੜੇ ਜੀ। 80% ਲੋਕ, ਸਾਡੀ 2.5 ਕਰੋੜ ਦੀ ਪੰਜਾਬ ਦੀ ਆਬਾਦੀ ਹੈ ਤੇ 1.25 ਕਰੋੜ ਸਾਡੀ ਵੋਟ ਹੈ ਤੇ 59 ਲੱਖ ਵੋਟ ਨਾਲ ਸਰਕਾਰ ਬਣੀ ਹੈ, ਜਿਹਦੇ ਚ 90 ਲੱਖ ਵੋਟ ਦੇ ਅਸੀਂ ਮਾਲਕ। ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਫਿਰ ਇਹਨਾਂ ਮੂਹਰੇ ਹੱਥ ਅੱਡੇ ਜਾਂਦੇ ਹਾਂ। ਔਰ ਦੂਜੀ ਗੱਲ ਕਿ ਜਿਹੜਾ ਹੁਣ ਤਾਂ ਇੱਥੋਂ ਤੱਕ ਵੀ ਸਬਸਿਡੀਆਂ ਤਾਂ ਗਈਆਂ ਹੀ ਗਈਆਂ, ਹੁਣ ਸਾਨੂੰ ਮੁੱਲ ਨੂੰ ਵੀ ਚੀਜ਼ ਨਹੀਂ ਮਿਲਦੀ। ਹੁਣ ਮੁੱਲ ਨੂੰ ਨਾ ਸਾਨੂੰ ਇੱਕ DAP ਮਿਲਿਆ, ਨਾ ਸਾਨੂੰ ਮੁੱਲ ਨੂੰ ਯੂਰੀਆ ਮਿਲਿਆ, ਫਸਲਾਂ ਲੇਟ ਹੋ ਗਈਆਂ, ਕੁਛ ਕੁਦਰਤ ਦੀ ਕਰੋਪੀ ਹੋ ਗਈ। ਇਸ ਕਰਕੇ ਰਾਜਨੀਤੀ ਦੇ ਵਿੱਚ ਆਉਣਾ ਪਿਆ ਜੀ। ਤਾਂ ਰਾਜਨੀਤੀ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਦਾ ਹੁਣ ਇਹ ਕਹਿਣਾ ਕਿ ਅਸੀਂ ਰਾਜਨੀਤੀ ਦੇ ਵਿੱਚ ਜੋ ਗੰਦਗੀ ਫੈਲ ਗਈ ਹੈ ਜਾਂ ਜੋ ਦੇਸ਼ ਦੀ ਆਜ਼ਾਦੀ ਨੂੰ 70 ਵਰ੍ਹਿਆਂ ਤੋਂ ਉੱਪਰ ਹੋ ਚੁੱਕੇ ਨੇ ਕਿ ਜੋ ਭਲਾ ਰਾਜਨੀਤੀ ਨੇ ਕਰਨਾ ਸੀ, ਸਿਆਸੀ ਲੀਡਰਾਂ ਨੇ ਕਰਨਾ ਸੀ, ਉਹ ਆਪਣੇ ਘਰਾਂ ਦਾ ਉਹਨਾਂ ਨੇ ਕਰ ਲਿਆ, ਲੋਕਾਂ ਦਾ ਨਹੀਂ ਕੀਤਾ। ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਕਰਾਂਗੇ ਜੀ। ਕਿਹੜੀਆਂ ਚੁਣੌਤੀਆਂ ਮੰਨਦੇ ਹੋ? ਦੇਖੋ, ਜੇ ਆਪਾਂ ਸੋਚੀਏ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ, 3 ਕਾਲੇ ਕਾਨੂੰਨ ਸੀਗੇ ਉਹ ਰੱਦ ਕਰਵਾਏ ਜੀ। ਜਦੋਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰਿਆਂ ਨੇ ਇੱਕਾ ਕਰਕੇ ਉੱਥੇ ਜਾ ਕੇ ਉਹ ਲੜਾਈ ਲੜੀ ਤੇ ਜਿਹੜੇ ਤਾਨਾਸ਼ਾਹੀ ਮੋਦੀ ਸਾਹਿਬ ਦੇ ਕਾਨੂੰਨ ਬਣਾਏ ਹੋਏ ਸੀਗੇ ਉਹ ਰੱਦ ਹੋ ਗਏ। ਉਸ ਤੋਂ ਵੱਡੀ ਚੁਣੌਤੀ ਤਾਂ ਇਹ ਹੈ ਨਹੀਂ ਨਾ। ਹੁਣ ਚੁਣੌਤੀ ਸਿਰਫ ਇੰਨੀ ਹੋ ਹੈ, ਜੇ ਹੁਣ ਸਾਰੀਆਂ ਅਸੀਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੇ ਕਿਸਾਨ ਵੀਰ ਤੇ ਮਜ਼ਦੂਰ ਵੀਰ ਇਕੱਠੇ ਹੋ ਕੇ ਹੰਬੜਾ ਮਾਰ ਦੇਣ ਤੇ ਕੋਈ ਖਾਸ ਗੱਲ ਨਹੀਂ ਹੈਗਾ। ਜੇ 12 ਦਿਨ ਇਲੈਕਸ਼ਨ ਦੇ ਵਿੱਚ ਪਏ ਆ, 11 ਦਿਨ ਪਏ ਸ਼ਾਇਦ, ਤੇ 11 ਦਿਨ ਦੇ ਵਿੱਚ ਸਾਰਾ ਕੁਝ ਬਦਲਦਾ, ਇੱਥੇ 3 ਦਿਨ ਦੇ ਵਿੱਚ ਸਾਰਾ ਕੁਝ ਬਦਲ ਜਾਂਦਾ ਜੀ। ਸੋ ਇਹ ਜਿਹੜੀ ਤੁਸੀਂ ਸਵਾਲ ਕੀਤਾ ਹੈ, ਸਾਡੀ ਮਜਬੂਰੀ ਸੀ। ਮਜਬੂਰੀ ਦੇ ਕਾਰਨ ਅਸੀਂ ਜਿਹੜੀ ਇਲੈਕਸ਼ਨ ਦੇ ਵਿੱਚ ਆਏ ਆ। ਕੋਈ ਚੁਣੌਤੀ ਨਹੀਂ ਹੈਗੀ। ਚੁਣੌਤੀਆਂ ਨੇ ਜਿਹੜੀਆਂ ਉਹ ਬਹੁਤ ਥੱਲੇ ਜਾ ਚੁੱਕੀਆਂ। ਜਿਹੜੀਆਂ ਚੁਣੌਤੀਆਂ ਸੀ, ਜਿਨ੍ਹਾਂ ਨੂੰ ਤੁਸੀਂ ਚੁਣੌਤੀਆਂ ਸਮਝਦੇ ਆ ਨਾ ਜਾਂ ਅਸੀਂ ਚੁਣੌਤੀਆਂ ਸਮਝਦੇ ਆ, ਉਹ ਬਹੁਤ ਪਿੱਛੇ ਜਾ ਚੁੱਕੀਆਂ। ਹੁਣ ਪਿੰਡਾਂ 'ਚ ਜਾਂਦੇ ਆ,
ਪਿੰਡਾਂ ਦੇ ਵਿੱਚ ਬੜੀਆਂ ਪਾਰਟੀਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਉਹ ਇੱਜ਼ਤ ਕਦੇ ਵੀ ਨਹੀਂ ਮਿਲੀ ਜਿਹੜੀ ਹੁਣ ਮਿਲ ਰਹੀ ਹੈ। ਕਿਉਂਕਿ ਹੁਣ ਜਿਹੜਾ ਸੰਘਰਸ਼ ਲੜ ਕੇ ਆਏ ਲੋਕ ਨੇ ਇੰਨੀ ਛੇਤੀ ਨਹੀਂ ਭੁੱਲੇ ਉਹ ਜੀ, ਵੀ 1.25 ਸਾਲ ਦਿੱਲੀ ਦੀਆਂ ਸੜਕਾਂ ਦੇ ਉੱਤੇ ਢੂਹੀਆਂ ਰਗੜਾਈਆਂ ਹੁਣ, ਤੇ ਹੁਣ ਇੰਨੀ ਛੇਤੀ ਭੁੱਲ ਜਾਣਗੇ, ਨਹੀਂ ਭੁੱਲੇ। ਸਾਡੀ ਕੌਮ ਤਾਂ 300 ਸਾਲ ਨਹੀਂ ਭੁੱਲਦੀ ਹੈ। ਸੋ ਇਸ ਕਰਕੇ ਸਾਨੂੰ ਕੋਈ ਚੁਣੌਤੀ ਨਹੀਂ। ਪਰ ਪੂਰੀਆਂ ਕਿਸਾਨ ਜਥੇਬੰਦੀਆਂ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਉਹਨਾਂ ਨੇ ਨਹੀਂ ਲਿਆ, ਤਾਂ ਲੱਗਦਾ ਹੈ ਕਿ ਉਹ ਜਿਨ੍ਹਾਂ ਨੇ ਫੈਸਲਾ ਲੈ ਲਿਆ ਕਿ ਅਸੀਂ ਆਵਾਂਗੇ ਉਹ ਤਾਂ ਨਾਲ ਨੇ, ਪਰ ਜਿਨ੍ਹਾਂ ਨੇ ਕਹਿਤਾ ਕਿ ਅਸੀਂ ਰਾਜਨੀਤੀ ਦਾ ਕਦੇ ਹਿੱਸਾ ਨਾ ਤਾਂ ਰਹੇ ਹਾਂ ਤੇ ਨਾ ਹੀ ਰਹਾਂਗੇ ਭਵਿੱਖ ਦੇ ਵਿੱਚ ਵੀ, ਉਹ ਵੋਟ ਬੈਂਕ ਟੁੱਟੀ ਹੋਊਗੀ, ਉਹ ਵੋਟ ਬੈਂਕ ਹੋਰ ਪਾਸੇ ਜਾ ਸਕਦੀ ਹੈ। ਨਹੀਂ, ਬਿਲਕੁਲ ਗਲਤ ਗੱਲ ਹੈ ਜੀ। ਦੇਖੋ, ਜਦੋਂ ਮੋਰਚਾ ਲੱਗਿਆ ਵਾ ਸੀਗਾ, ਸਾਰੀਆਂ ਜਥੇਬੰਦੀਆਂ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਗਿਆ ਜੀ, ਅਕਾਲੀ ਦਲ ਦਾ ਵਿਰੋਧ ਕੀਤਾ ਗਿਆ, ਕਾਂਗਰਸ ਦਾ ਵਿਰੋਧ ਕੀਤਾ ਗਿਆ, ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਗਿਆ ਜੀ। ਅਸੀਂ ਸਾਰੀਆਂ ਪਾਰਟੀਆਂ ਦੇ ਸਾਰੇ ਜਿੰਨੇ ਵੀ ਆਉਂਦੇ ਸੀਗੇ ਜਥੇਬੰਦੀਆਂ ਸਾਰਿਆਂ ਤੋਂ ਸਵਾਲ ਕਰਦੀਆਂ ਸੀ, ਔਰ ਕਿਸੇ ਕੋਲ ਜਵਾਬ ਵੀ ਨਹੀਂ ਸੀਗਾ ਜੀ। ਪਰ ਹੁਣ ਚਲੋ ਠੀਕ ਹੈ, 22 ਜਥੇਬੰਦੀਆਂ ਰਾਜੇਵਾਲ ਸਾਹਿਬ ਨਾਲ ਨੇ, 23ਵੀਂ ਸਾਡੀ ਜਥੇਬੰਦੀ ਹੋ ਗਈ, ਤੇ ਬਾਕੀ ਦੀਆਂ 32 ਦੇ ਵਿੱਚੋਂ ਜਿਹੜੀਆਂ ਨਹੀਂ ਇਸ ਆਪਣੇ ਇਲੈਕਸ਼ਨ ਕੰਟੈਸਟ ਦੇ ਵਿੱਚ ਨਹੀਂ ਪਈਆਂ ਹੈਗੀਆਂ, ਉਹ ਇਹ ਵੀ ਨਹੀਂ ਹੈਗਾ ਕਹਿੰਦੀਆਂ ਹੈਗੀਆਂ ਵੀ ਤੁਸੀਂ ਕਿਸਾਨਾਂ ਨੂੰ ਵੋਟ ਨਾ ਪਾਓ। ਉਹਨਾਂ ਦੀ ਅੰਦਰ ਖਾਤੇ ਇਹੀ ਅਪੀਲ ਹੈ ਵੀ ਹੁਣ ਸਾਨੂੰ ਵੋਟ, ਅੱਛਾ ਹੁਣ ਵੋਟ, ਹੁਣ ਚਾਰੇ ਪਾਰਟੀਆਂ ਦਾ ਅਸੀਂ ਵਿਰੋਧ ਕੀਤਾ, ਹੁਣ ਵੋਟ ਕਿੱਥੇ ਪਾਵਾਂਗੇ? ਹਰ ਇੱਕ ਦਾ ਸਵਾਲ ਹੈ ਨਾ। ਹੁਣ ਉਹ ਆਪਣੇ ਲੀਡਰਾਂ ਨੂੰ ਪੁੱਛਦੇ ਵੀ ਹੁਣ ਸਾਨੂੰ ਦੱਸੋ ਜੀ ਅਸੀਂ ਕਿਹਨੂੰ ਵੋਟ ਪਾਈਏ, ਤੇ ਉਹਨਾਂ ਕੋਲ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਅਸੀਂ ਇਕੱਠੇ ਰਹੇ ਹਾਂ ਦਿੱਲੀ ਦੇ ਵਿੱਚ, ਤੇ ਉਹਨਾਂ ਕੋਲ ਸਭ ਤੋਂ ਬੈਸਟ ਆਪਸ਼ਨ ਇਹੀ ਹੈ ਨਾ ਵੀ ਕਿਸਾਨ ਜਥੇਬੰਦੀਆਂ, ਕਿਸਾਨਾਂ ਨੂੰ ਵੋਟ ਪਾਈਏ, ਮਜ਼ਦੂਰਾਂ ਨੂੰ ਵੋਟ ਪਾਈਏ, ਆਪਣੀ ਸਰਕਾਰ ਬਣਾਈਏ। ਤੇ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਜਥੇਬੰਦੀਆਂ ਦੇ, ਕਿਸਾਨਾਂ ਦੇ ਜਿਹੜੇ ਝੰਡੇ ਚੱਕੀ ਫਿਰਦੇ ਸੀ, ਅੱਜ ਉਹ ਕੋਈ ਫਿਰ ਕਾਂਗਰਸ ਦਾ ਚੱਕ ਰਿਹਾ, ਕੋਈ ਅਕਾਲੀ ਦਲ ਦਾ ਚੱਕ ਰਿਹਾ, ਤਾਂ ਉਹ ਲੱਗਦਾ ਨਹੀਂ ਕਿ ਲੋਕ ਪਿੱਛੇ ਮੁੜ ਕੇ ਫਿਰ ਉਹਨਾਂ ਪਾਰਟੀਆਂ ਵੱਲ ਨੂੰ ਆ ਗਏ ਜਿਨ੍ਹਾਂ ਨੂੰ ਤੁਸੀਂ ਦਿੱਲੀ ਦੀ ਜਿਹੜੀ ਸਟੇਟ ਨਹੀਂ ਚੜ੍ਹਨ ਦਿੱਤਾ? ਤੁਹਾਨੂੰ ਇਹ ਆਪਾਂ ਨੂੰ ਭੁਲੇਖਾ ਹੈ। ਹੁਣ ਪਿਛਲੀ ਵਾਰੀ ਵੀ 17 ਦੇ ਵਿੱਚ ਵੀ ਜਦੋਂ ਇਹ ਆਪਣੇ ਝਾੜੂ ਵਾਲੇ ਇਲੈਕਸ਼ਨ ਲੜੇ ਆ, ਇਹ ਤਾਂ ਦਾਅਵਾ ਕਰਦਾ ਸੀ ਕਿ ਸਾਡੀ 100 ਸੀਟ ਆਊਗੀ। ਇਹ ਤਾਂ ਗੱਲ ਮੰਨਦੇ ਹੋ ਨਾ, ਪੂਰੀ ਸਰਕਾਰ ਬਣਾਈ ਬੈਠੇ ਸੀਗੇ, ਪਰ ਨਿਕਲਿਆ ਕੀ? ਜ਼ਮਾਨਤਾਂ ਜ਼ਬਤ ਹੋ ਗਈਆਂ, 20 MLA ਬਣੇ, 20 ਚੋਂ ਅੱਜ 11 ਭੱਜ ਗਏ, 9 ਨਾਲ ਨੇ। ਜਿਹੜੀਆਂ ਇਹ ਗਰੰਟੀਆਂ ਦੇ ਰਹੇ ਨੇ, ਇਹ ਹਰ ਗੱਲ ਦੀ ਕਿ ਕੇਜਰੀਵਾਲ ਦੀ ਗਰੰਟੀ ਹੈ, ਤੇ ਇਹਨਾਂ ਦੇ MLA ਦੀ ਤਾਂ ਕੋਈ ਗਰੰਟੀ ਹੈ ਨਹੀਂ, ਤੇ ਇਹ ਬਾਕੀ ਚੀਜ਼ਾਂ ਦੀ ਗਰੰਟੀ ਕੀ ਹੋ ਸਕਦੀ ਹੈ? 4 MP ਜਿਤਾ ਕੇ ਤੋਰੇ ਸੀਗੇ, ਮੇਰਾ ਖਿਆਲ ਸ਼ਾਇਦ MP ਕੋਈ ਕਿਸੇ ਪਿੰਡ ਦਾ ਨਾਮ ਹੀ ਨਾ ਜਾਣਦੇ ਹੋਣ ਜੀ। 4 MP ਜਿਤਾ ਕੇ ਤੋਰੇ ਸੀਗਾ ਜੀ, ਇੱਕ 3 ਹੈ ਨਹੀਂ ਨਾਲ, ਕੋਈ BJP 'ਚ ਜਾ ਵੜਿਆ, ਕੋਈ ਕਿਤੇ ਜਾ ਵੜਿਆ। ਦੇਖੋ, ਜਿਹੜੇ ਇਹ ਸਾਡੇ ਘੜਾਮ ਚੌਧਰੀ ਹੁੰਦੇ ਨੇ ਨਾ ਪਿੰਡਾਂ ਦੇ ਵਿੱਚ, ਜਿਹੜੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ, ਉਹ ਉਵੇਂ ਹੀ ਅੱਜ ਝੰਡੇ ਚੱਕ ਕੇ ਉਹਨਾਂ ਨੇ ਲਾ ਲਏ, ਪਰ ਲੋਕ ਉਹਦੇ ਨਾਲ ਨਹੀਂ ਹੈ, ਕਿਸਾਨ ਉਹਦੇ ਨਾਲ ਨਹੀਂ ਹੈ, ਮਜ਼ਦੂਰ ਉਹਦੇ ਨਾਲ ਨਹੀਂ। ਤੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਲੈਂਦੇ ਹੋ ਜੀ, ਜਿਹੜੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ, ਉਹ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਜਾਂਦੀਆਂ ਨੇ, ਤਾਂ ਕੀ ਇਸ ਮੁਹਿੰਮ ਨੂੰ ਪੂਰੇ ਦੇਸ਼ ਦੇ ਵਿੱਚ ਲਿਜਾ ਪਾਉਂਗੇ? ਕਿਉਂਕਿ 5 ਰਾਜਾਂ ਦੇ ਵਿੱਚ ਚੋਣਾਂ ਇੱਕ ਬਰਾਬਰ ਹੋ ਰਹੀਆਂ ਨੇ, ਉਸੇ ਸਮੇਂ UP ਦੇ ਵਿੱਚ ਵੀ ਹੋ ਰਹੀਆਂ ਨੇ, ਗੋਆ ਦੇ ਵਿੱਚ ਵੀ ਹੋ ਰਹੀਆਂ ਨੇ। ਇੱਕ ਜਗ੍ਹਾ ਤੇ ਕਿਸਾਨ ਜਿੱਤੇ ਆਉਂਦੇ ਨੇ, ਜੇਕਰ 4 ਜਗ੍ਹਾ ਤੇ BJP ਜਿੱਤੇ ਆਉਂਦੀ ਹੈ ਤਾਂ BJP ਭਾਰੀ ਰਹੇਗੀ? ਨਹੀਂ, ਪਤਾ ਕੀ ਹੈ ਜੀ, ਸਭ ਤੋਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਤਾਂ ਇਹ ਹੈ ਵੀ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, 4 ਦੇ ਵਿੱਚ BJP ਦੀ ਸਰਕਾਰ ਹੈ, ਇੱਕ ਸਟੇਟ ਦੇ ਵਿੱਚ BJP ਦੀ ਸਰਕਾਰ ਨਹੀਂ, ਇੱਥੇ ਕਾਂਗਰਸ ਦੀ ਸਰਕਾਰ ਸੀ। 4 ਸਟੇਟਾਂ ਦੇ ਵਿੱਚ ਕੇਜਰੀਵਾਲ ਇਲੈਕਸ਼ਨ ਨਹੀਂ ਲੜ ਰਿਹਾ, ਤੇ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਿਹਾ। ਇਟ ਮੀਨਜ਼ ਇਹ BJP ਦੀ B ਟੀਮ ਹੈ, ਇਹ BJP ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ, ਠੀਕ ਹੈ ਨਾ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਇਹ ਨਾ ਜਿਹੜਾ ਕੇਜਰੀਵਾਲ ਜਾਂ ਹੋਰ ਫਲਾਣਾ ਟਮਕਾਣਾ ਜਿਹੜੇ ਤੁਰੇ ਫਿਰਦੇ ਨੇ, ਇਹ ਸਾਡਾ ਨਹੀਂ ਕੁਝ ਵਿਗਾੜ ਸਕਦੇ। ਅਸੀਂ ਇਹਨਾਂ ਦਾ ਕਿਸਾਨ ਜਥੇਬੰਦੀਆਂ ਕੇਜਰੀਵਾਲ ਦੇ ਨਾਲ ਹੀ ਸਮਝੌਤਾ ਕਰ ਰਹੀਆਂ ਸੀ। ਮੁੱਖ ਮੰਤਰੀ ਦਾ ਦਾਅਵੇਦਾਰ ਬਲਵੀਰ ਸਿੰਘ ਰਾਜੇਵਾਲ ਨੂੰ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ। ਦੇਖੋ, ਸਾਡੀ ਜਥੇਬੰਦੀ ਨੇ ਨਾ ਤਾਂ ਉਹਨਾਂ ਨਾਲ ਕਦੇ ਕੋਈ ਗੱਲ ਕੀਤੀ ਹੈ, ਆਫਰ ਸਾਨੂੰ ਵੀ ਆਫਰ ਆਈਆਂ ਸੀਗੀਆਂ, ਤੁਹਾਡਾ ਕਦੇ ਸੰਪਰਕ ਨਹੀਂ ਹੋਇਆ? ਮਤਲਬ ਹੀ ਨਹੀਂ ਕੋਈ ਸਾਡਾ ਸੰਪਰਕ ਹੋਣ ਦਾ। ਇਸ ਦਾ ਸਮਾਂ ਉਹਨਾਂ ਦੇ ਵਿਰੁੱਧ ਸੀਗੇ ਵੀ ਤੁਸੀਂ ਕਿਉਂ ਕਰਦੇ ਹੋ, ਤੁਸੀਂ ਆਪਣੀ ਜਥੇਬੰਦੀਆਂ ਆਪਣੀ ਪਾਰਟੀ ਬਣਾ ਕੇ ਆਪ ਲੜੋ। ਅੱਜ ਵੀ ਤਾਂ ਲੜ ਰਹੇ ਨੇ, ਅਸੀਂ ਉਹਦਾ ਸਾਥ ਦੇ ਰਹੇ ਹਾਂ, ਉਹ ਸਾਡਾ ਸਾਥ ਦੇ ਰਹੇ ਨੇ, ਬਹੁਤ ਵਧੀਆ ਗੱਲ ਹੈ। ਪਰ ਇਹੀ ਤਾਂ ਗਲਤੀ ਹੋਈ ਹੈ ਨਾ, ਇਹੀ ਤਾਂ ਗਲਤੀ ਹੋਈ ਹੈ ਨਾ। ਬਾਕੀ ਜਿਹੜੀ ਤੁਸੀਂ ਸਵਾਲ ਕੀਤਾ ਸੀਗਾ ਵੀ ਪੂਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਅੰਦੋਲਨ ਤੇ ਕ੍ਰਾਂਤੀ ਹੈ ਜਿਹੜੀ, ਉਹ ਪੰਜਾਬ ਤੋਂ ਸਟਾਰਟ ਹੁੰਦੀ ਹੈ। ਸਭ ਤੋਂ ਲਾਸਟ ਦੇ ਵਿੱਚ ਅੰਗਰੇਜ਼ ਕਿੱਥੋਂ ਗਿਆ ਸੀ? ਤਾਮਿਲਨਾਡੂ ਚੋਂ। ਪਹਿਲਾਂ ਸਭ ਤੋਂ ਕਿੱਥੋਂ ਗਿਆ ਸੀ? ਪੰਜਾਬ ਤੋਂ। ਸੋ ਕਹਿਣ ਦਾ ਭਾਵ ਜਿਹੜੀ ਇਹ ਮੁਹਿੰਮ ਚਲਾਈ ਹੈ ਜਾਂ ਇਹ ਮੂਵਮੈਂਟ ਚਲਾਈ ਹੈ ਅਸੀਂ ਨੇ, ਜਿਹੜੀ ਪਾਰਟੀ ਬਣਾ ਕੇ ਅੱਗੇ ਤੁਰੇ ਆ, ਇਹ ਪੂਰੇ ਦੇਸ਼ ਦੇ ਵਿੱਚ ਇੱਕ ਦਿਨ ਕਾਰਗਰ ਸਾਬਤ ਹੋਊਗੀ। ਤਾਂ ਕਿਸਾਨ ਜਥੇਬੰਦੀਆਂ ਨੇ ਜਿਹੜੀ ਪਾਰਟੀ ਬਣਾਈ, ਉਹਦੇ ਉੱਤੇ ਤਾਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਿਕਟਾਂ ਦੀ ਵੰਡ ਹੈ ਜਿਹੜੀ, ਉਹ ਕਾਣੀ ਵੰਡ ਹੋਈ ਹੈ, ਕਿ ਬਹੁਤ ਸਾਰੇ ਅਜਿਹੇ ਦਾਅਵੇਦਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਜਿਹੜੇ ਦਾਅਵੇਦਾਰ ਹੀ ਨਹੀਂ ਸਨ, ਜਾਂ
ਜਿਹੜੇ ਪਿੱਛੋਂ ਸਿਆਸੀ ਪਿਛੋਕੜ ਵਾਲੇ ਸਨ ਜਾਂ ਜਿਹੜੇ ਹੁਣ ਇਹ ਕਿਸੇ ਸਿਆਸੀ ਪਾਰਟੀਆਂ ਤੋਂ ਨਿਕਲ ਕੇ ਆਏ ਨੇ, ਪਹਿਲਾਂ ਸਿਆਸੀ ਪਾਰਟੀਆਂ ਦੇ ਵਿੱਚ ਸਨ, ਕਿਸੇ ਹੋਰ ਪਾਰਟੀ ਚੋਂ ਟਿਕਟ ਨਹੀਂ ਮਿਲੀ, ਕਿਸਾਨ ਜਥੇਬੰਦੀਆਂ ਦੇ ਵਿੱਚ ਆ ਗਏ, ਉਹਨਾਂ ਨੇ ਟਿਕਟ ਦੇਤੀ? ਨਹੀਂ, ਇਹ ਪਤਾ ਕੀ ਹੋਇਆ ਕੀ ਹੈ। ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਬਹੁਤ ਵਧੀਆ ਗੱਲ ਕੀਤੀ ਵੀ ਕਿਸੇ ਐਮਐਲਏ ਦੇ ਮੁੰਡੇ ਨੂੰ, ਕਿਸੇ ਮੰਤਰੀ ਦੇ ਮੁੰਡੇ ਨੂੰ ਟਿਕਟ ਨਹੀਂ ਦਿੱਤੀ ਹੈਗੀ, ਔਰ ਵਾਜਬ ਵੀ ਗੱਲ ਹੈਗੀ ਆ। ਬਾਕੀ ਜੇ ਤੁਸੀਂ ਇਹ ਗੱਲ ਕਹੋ, ਤੁਸੀਂ ਇਹ ਤਾਂ ਜਿੰਨਾ ਮਰਜ਼ੀ ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਲੈ ਜਾਓ ਵੀ ਦੇਖੋ ਇਸ ਟਾਈਮ 25 ਟਿਕਟਾਂ ਹੀ ਆਈਆਂ ਨੇ ਜਿਹੜੇ ਐਗਰੀਕਲਚਰ ਨਾਲ ਜਿਹੜੇ ਬੱਚਿਆਂ ਨੇ PhD ਕੀਤੀ ਹੋਈ ਆ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ। ਹੁਣ ਉਹਨਾਂ ਦਾ ਹੱਕ ਬਣਦਾ ਸੀਗਾ ਜੀ, ਕਿਉਂਕਿ ਸਾਡੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਨੇ। ਜੇ ਹੁਣ ਅਸੀਂ ਕਹਿ ਦਈਏ ਵੀ ਆਪ ਪਾਰਟੀ ਦੇ ਚੱਕ ਕੇ ਜਿਵੇਂ ਆਮ ਵਾਲਿਆਂ ਨੇ ਟਿਕਟ ਦਿੱਤੀ ਤਾਂ ਅਸੀਂ ਦੇ ਦਿਓ, ਫਿਰ ਤਾਂ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ ਨਾ। ਹੁਣ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਨੇ 60 ਟਿਕਟਾਂ ਉਹਨਾਂ ਨੂੰ ਦਿੱਤੀਆਂ ਨੇ ਜਿਹੜੇ ਕਾਂਗਰਸ ਚੋਂ ਭੱਜ ਕੇ ਆਏ ਸੀਗੇ, ਜਿਹੜੇ BJP ਚੋਂ ਭੱਜ ਕੇ ਆਏ ਸੀਗੇ, ਜਿਹੜੇ ਅਕਾਲੀ ਦਲ ਤੋਂ ਭਗੌੜੇ ਸੀਗੇ, ਸਾਰਿਆਂ ਨੂੰ ਟਿਕਟਾਂ ਉਹਨਾਂ ਨੂੰ ਦਿੱਤੀਆਂ ਨੇ। ਫਿਰ ਉਹ ਕੀ ਬਦਲਣਗੇ? ਉਹੀ ਲੋਕ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਰਾਜਨੀਤੀ ਕਰਦੇ ਸੀਗੇ ਉਹਨਾਂ ਨੂੰ ਇਹ ਚੱਕ ਕੇ ਟਿਕਟਾਂ ਦੇਤੀਆਂ ਤੇ ਫਿਰ ਹੁਣ ਉਹ ਕੀ ਰਾਜਨੀਤੀ ਬਦਲਣਗੇ? ਇਹ ਗੱਲ ਜਾਇਜ਼ ਆ ਨਾ ਮੇਰੀ ਗੱਲ ਜੀ। ਤਾਂ ਜਿਵੇਂ ਬਾਕੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਜਦੋਂ ਦੇਖਦੇ ਆ ਕਿ ਜਦੋਂ ਕੋਈ ਚਿਹਰਾ ਬਹੁਤ ਵੱਡਾ ਹੋ ਜਾਂਦਾ, ਹਾਲਾਂਕਿ MLA ਬਣਨ ਤੋਂ ਬਾਅਦ ਹੀ ਅੱਜ ਕੱਲ੍ਹ ਤਾਂ ਇਹ ਰਿਵਾਜ ਚੱਲ ਰਿਹਾ ਪਾਰਟੀਆਂ ਦੇ ਵਿੱਚ ਕਿ ਇੱਕ ਪਿਓ MLA ਅਗਲੀ ਇਲੈਕਸ਼ਨਾਂ ਦੇ ਵਿੱਚ ਆਪਣੇ ਪੁੱਤ ਵਾਸਤੇ ਵੀ ਟਿਕਟ ਭਾਲਦਾ। ਪਰਿਵਾਰਵਾਦ ਹੈ ਰਾਜਨੀਤੀ ਦੇ ਵਿੱਚ ਭਾਰੂ ਹੁੰਦਾ ਜਾ ਰਿਹਾ। ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਦੇਖ ਲਈਏ ਤਾਂ ਉਹ ਇੱਕ ਪੂਰਾ ਪਰਿਵਾਰ ਚੋਣ ਮੈਦਾਨ ਦੇ ਵਿੱਚ ਉਤਰਿਆ ਹੁੰਦਾ। ਉਹੀ ਪਰਿਵਾਰ ਜਿਹੜਾ ਪਰਿਵਾਰ ਹੈ ਉਸ ਪਾਰਟੀ ਦੇ ਉਹਨੂੰ ਜਿਹੜਾ ਰੂਲ ਕਰਦਾ ਹੈ ਜਾਂ ਇੱਕ ਇਲਾਕੇ ਨੂੰ ਰੂਲ ਕਰਦਾ, ਉਸੇ ਪਰਿਵਾਰਾਂ ਦੀ ਚੱਲਦੀ ਹੈ। ਤਾਂ ਕਿਸਾਨਾਂ ਦੀ ਜਥੇਬੰਦੀ ਇਸ ਪਰਿਵਾਰਵਾਦ ਤੋਂ ਕਿਵੇਂ ਬਚੂਗੀ? ਦੇਖੋ ਗੱਲ ਇਹ ਹੈ ਜੀ, ਇੱਕ ਇਕੱਲੀ ਜਥੇਬੰਦੀ ਨੇ ਸਰਕਾਰ ਨਹੀਂ ਬਣਾਉਣੀ, ਪੈਰਲਰ ਇਹਦੇ ਜਥੇਬੰਦੀਆਂ ਵੀ ਚਾਲੂ ਤਿਆਰੀ ਉਹ ਰੱਖਣੀਆਂ। ਉਸੇ ਤਰ੍ਹਾਂ ਜਿਵੇਂ ਪਹਿਲਾਂ ਸਾਡੀ ਜਥੇਬੰਦੀ ਕੰਮ ਕਰਦੀ ਹੈ, ਇਹ ਜਥੇਬੰਦੀ ਉੱਦਾਂ ਕੰਮ ਵੀ ਕਰਦੀ ਰਹੂ। ਜਦੋਂ ਅਸੀਂ ਸਰਕਾਰ ਦੇ ਨਾਲ ਜਥੇਬੰਦੀਆਂ ਦੇ ਨਾਲ ਜੁੜੇ ਰਹਾਂਗੇ ਤਾਂ ਨੈਚੁਰਲ ਹੈ ਕਿ ਵੀ ਸਾਨੂੰ ਜਿਹੜਾ ਬੰਦਾ ਕੰਮ ਕਰੂਗਾ, ਜਥੇਬੰਦੀਆਂ 'ਚ ਕੰਮ ਕਰੂਗਾ, ਸਰਕਾਰ 'ਚ ਚੰਗਾ ਕੰਮ ਕਰੂਗਾ, ਉਹਨੂੰ ਪਹਿਲ ਦਿੱਤੀ ਜਾਊਗੀ। ਹੁਣ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਜੇ ਮੈਂ ਅੱਜ MLA ਬਣਿਆ ਤਾਂ ਮੇਰਾ ਪੁੱਤ ਵੀ MLA ਬਣੇ। ਮੈਂ ਤਾਂ ਹੁਣ 25 ਸਾਲ ਹੋ ਗਏ, 27 ਸਾਲ ਹੋ ਗਏ ਲੋਕਾਂ ਦੀ ਸੇਵਾ ਕਰਦੇ ਨੂੰ, ਤੇ ਜੇ ਮੈਨੂੰ ਅੱਜ ਮੌਕਾ ਮਿਲਿਆ, ਮੈਨੂੰ ਤਾਂ 2012 ਦੇ ਵਿੱਚ ਵੀ ਮੌਕਾ ਮਿਲਿਆ ਸੀਗਾ PPP ਪਾਰਟੀ ਵੱਲੋਂ ਇਲੈਕਸ਼ਨ ਲੜਨ ਦਾ, ਪਰ ਮੈਂ ਆਪਣੀ ਟਿਕਟ ਸਾਡੇ ਇੱਥੇ ਦੇ ਹਲਕੇ ਦੇ ਸਾਬਕਾ ਵਿਧਾਇਕ ਸਰਦਾਰ ਦਦਾਰ ਸਿੰਘ ਭੱਟੀ ਨੂੰ ਦੇਤੀ ਸੀ। ਉਹਨਾਂ ਨੇ ਕੰਟੈਸਟ ਕੀਤਾ, ਸਾਰੇ ਪੰਜਾਬ ਦੇ ਵਿੱਚੋਂ ਵੋਟਾਂ ਸਾਨੂੰ ਵੱਧ ਪਈਆਂ, 32,200 ਵੋਟ ਪਈ। ਸੋ ਮੈਂ ਤਾਂ ਉਸ ਟਾਈਮ ਜੇ ਲਾਲਚ ਆ ਜਾਂ ਇਹ ਕੁਰਸੀ ਦਾ ਹੀ ਲਾਲਚ ਹੁੰਦਾ ਤਾਂ ਉਦੋਂ ਵੀ ਕਰ ਸਕਦਾ ਸੀ ਮੈਂ, ਪਰ ਮੈਂ ਉਹਨੂੰ ਸੈਕਰੀਫਾਈ ਕੀਤਾ। ਮੈਂ ਕਿਹਾ ਨਹੀਂ, ਫਿਰ ਉਹਨਾਂ ਦੇ ਨਾਲ ਖੜ ਕੇ ਟਿਕਟ ਵੀ ਦਿੱਤੀ, ਦੇ ਨਾਲ ਉਹਨਾਂ ਦੇ ਖੜ ਕੇ ਸਾਰੀ ਪੂਰੀ ਇਲੈਕਸ਼ਨ ਵੀ ਐਨ ਪੂਰੀ ਟੌਪ ਦੀ ਕੰਪੇਨ ਕੀਤੀ। ਤੇ ਜਿਨ੍ਹਾਂ ਵਾਸਤੇ ਤੁਸੀਂ ਇਹ ਕੁਝ ਕੀਤਾ, ਅੱਜ ਉਹ ਉਸ ਪਾਰਟੀ ਦੇ ਵਿੱਚ ਚਲੇ ਜਾ ਚੁੱਕੇ ਨੇ ਜਿਨ੍ਹਾਂ ਦੇ ਕਰਕੇ ਅੰਦੋਲਨ ਲੜਿਆ ਤੁਸੀਂ ਨੇ, ਜਿਨ੍ਹਾਂ ਦੇ ਕਰਕੇ 700 ਕਿਸਾਨਾਂ ਦੀ ਸ਼ਹਾਦਤਾਂ ਮੰਨੀਆਂ ਜਾਂਦੀਆਂ ਨੇ, ਅੱਜ ਉਹ ਉਸ ਪਾਰਟੀ ਦੇ ਵਿੱਚ ਟਿਕਟ ਲੈ ਚੁੱਕੇ ਨੇ। ਅੱਜ ਕਿਵੇਂ ਦੇਖਦੇ ਹੋ? ਫਿਰ ਤੁਹਾਡੇ ਸਵਾਲ ਦਾ ਜਵਾਬ ਹੀ ਹੈ ਨਾ, ਤੁਸੀਂ ਜਿਹੜਾ ਸਵਾਲ ਵੀ ਪੁੱਤ ਭਤੀਜਾਵਾਦ, ਤੁਹਾਡੇ ਸਵਾਲ ਦਾ ਜਵਾਬ ਹੀ ਇਹੀ ਸਹੀ ਹੈ ਵੀ ਅਸੀਂ ਤਾਂ ਦੇਤੀ ਟਿਕਟ ਤੇ ਅੱਜ ਉਹ ਚਲੇ ਗਏ, ਤੇ ਇਹੀ ਤਾਂ ਦੁੱਖ ਦੀ ਗੱਲ ਹੈ। ਅਸਲੀਅਤ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਵੀ ਅਗਲੀ ਜਨਰੇਸ਼ਨ ਨੂੰ ਫੇਰ ਟਿਕਟਾਂ, ਉਹ ਮਤਲਬ ਉਹਦੇ ਉਸ ਕੜੀ ਦੇ ਵਿੱਚ ਪਰੋਏ ਹੋਏ ਸੀਗੇ ਵੀ ਮੈਂ ਇਲੈਕਸ਼ਨ ਲੜਾਂ, ਫਿਰ ਮੇਰਾ ਪੁੱਤ ਇਲੈਕਸ਼ਨ ਲੜੇ, ਫਿਰ ਮੇਰਾ ਪੁੱਤ ਇਲੈਕਸ਼ਨ ਲੜੇ। ਤਾਂ ਇਸ ਚੀਜ਼ ਤੋਂ ਤਾਂ ਦੁਖੀ ਹੋਏ ਹੋਏ ਸੀਗੇ। ਫਿਰ ਉਹ ਤਾਂ ਸਾਰੇ ਨਹੀਂ ਸੀ ਸਕਦੇ। ਹੁਣ BJP ਕਿ ਨਹੀਂ ਚਲੇ ਗਏ। ਦੇਖੋ ਇੱਕ ਪਾਸੇ ਤਾਂ ਜਿਸ ਦਿਨ ਜਥੇਬੰਦੀਆਂ ਜਿੱਤ ਕੇ ਆਈਆਂ ਨੇ ਦਿੱਲੀ ਤੋਂ ਵਾਪਸ ਆਈਆਂ ਨੇ, ਇੱਕ ਪਾਸੇ ਰਾਜੇਵਾਲਾ ਸਾਹਿਬ ਦੇ ਬੋਰਡ ਲਾ ਕੇ ਉਹਨਾਂ ਨੇ ਧੰਨਵਾਦ ਦੇ ਬੋਰਡ ਲਾਏ ਸੀ, ਤੇ ਇੱਕ ਪਾਸੇ ਉਹਨਾਂ ਨੇ ਹੁਣ BJP ਜੁਆਇਨ ਕਰ ਲਈ। ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਕਿਉਂ ਕੀਤੀ, ਇੰਨੀ ਛੇਤੀ ਕਿਉਂ ਬਦਲਣਾ ਪਿਆ। ਸੋ ਇਹ ਜਿਹੜੀਆਂ ਰੱਦੋ ਬਦਲਦੀਆਂ ਰਾਜਨੀਤੀ ਆ, ਇਹ ਗਾਹਾਂ ਜਾ ਕੇ ਬੰਦ ਹੋ ਜਾਣੀਆਂ। ਤਾਂ ਤੁਹਾਡਾ ਜਿਹੜਾ ਪਿਛੋਕੜ ਉਹ ਵੀ ਰਾਜਨੀਤੀ ਵਾਲਾ ਰਿਹਾ। ਬਿਲਕੁਲ, ਤੁਸੀਂ ਸਿਆਸੀ ਪਾਰਟੀਆਂ ਦੇ ਵਿੱਚ ਰਹੇ ਹੋ। ਬਿਲਕੁਲ। ਤਾਂ ਹੁਣ ਤੁਸੀਂ ਉਹਨਾਂ ਸਿਆਸੀ ਪਾਰਟੀਆਂ ਤੋਂ ਕਿਨਾਰਾ ਕਰ ਚੁੱਕੇ ਹੋ, ਕਿਸਾਨ ਜਥੇਬੰਦੀਆਂ ਦੇ ਵਿੱਚ ਆਏ ਹੋ ਜੀ, ਤਾਂ ਲੋਕ ਕਿਵੇਂ ਭਰੋਸਾ ਕਰਨਗੇ ਕਿ ਹੁਣ ਤੁਸੀਂ ਕਿਸਾਨਾਂ ਦੇ ਨੁਮਾਇੰਦੇ ਹੋ ਤਾਂ ਕਿਸਾਨਾਂ ਦੇ ਹੀ ਬਣ ਕੇ ਰਹੋਗੇ, ਜਾਂ ਜਿਵੇਂ ਪਹਿਲਾਂ ਸਿਆਸੀ ਪਾਰਟੀਆਂ ਦੇ ਵਿੱਚ ਰਹੇ ਹੋ, ਇੱਕ ਸਿਆਸੀ ਪਾਰਟੀ ਜਾਂ ਦੂਜੀ ਸਿਆਸੀ ਪਾਰਟੀ ਦੇ ਵਿੱਚ ਚਲੇ ਗਏ ਜੀ, ਉਸ ਤਰ੍ਹਾਂ ਨਹੀਂ ਕਰੋਗੇ? ਕੱਲ੍ਹ ਨੂੰ ਜੇਕਰ ਤੁਸੀਂ ਭਵਿੱਖ ਦੇ ਵਿੱਚ ਜਿਵੇਂ MLA ਖਰੀਦਣ ਦਾ ਵੀ ਕੰਮ ਚੱਲਦਾ ਆ, ਤੁਸੀਂ MLA ਬਣਦੇ ਹੋ, ਸਰਕਾਰ ਜੇਕਰ ਕਿਸੇ ਹੋਰ ਦੀ ਹੈ ਜਾਂ ਕਿਸੇ ਦੀ ਸਪਸ਼ਟ ਬਹੁਮਤ ਨਹੀਂ ਮਿਲਦਾ, MLA ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ, ਤੁਹਾਡੇ ਤੱਕ ਕੋਈ ਪਹੁੰਚ ਕਰਦਾ ਆ, ਤਾਂ ਉਹ ਲੋਕਾਂ ਨੂੰ ਤੁਸੀਂ ਭਰੋਸਾ ਕਿਵੇਂ ਦਿਵਾਓਗੇ ਕਿ ਤੁਸੀਂ ਉਹਨਾਂ ਦੇ ਜਿਹੜੀ ਹੱਕ ਦੇ ਆਵਾਜ਼ ਜਾਂ ਜਿਹੜਾ ਹੱਕ ਦੇ ਉੱਤੇ ਪਹਿਰਾ ਦਿੰਦੇ ਰਹੋਗੇ? ਗੱਲ ਇਹ ਹੈ ਜੀ, ਮੈਂ ਇਸ ਹਲਕੇ ਦੀ 25-26 ਸਾਲ ਸਾਧ ਬਣ ਕੇ ਸੇਵਾ ਕੀਤੀ ਹੈ। ਇਹ ਠੀਕ ਹੈ ਵੀ ਕੋਈ ਨਾ ਕੋਈ ਤਾਂ ਪਲੇਟਫਾਰਮ ਬੰਦੇ ਕੋਲ ਹੁੰਦਾ ਹੈ ਨਾ ਜੀ। ਉਸ ਤਰੀਕੇ ਜਦੋਂ ਮੈਂ ਸੇਵਾ ਕੀਤੀ ਹੈ ਤਾਂ ਉਸ ਸੇਵਾ ਦਾ ਜਿਹੜਾ ਫਲ ਹੈ ਉਹ ਮੈਨੂੰ ਹੁਣ ਆ ਕੇ ਮਿਲਿਆ। ਪਰ ਸਿਆਸੀ ਪਾਰਟੀਆਂ ਤੋਂ ਮੈਂ ਇੱਕ ਕਿਸਾਨ ਹਾਂ, ਕਿਸਾਨ ਦਾ ਪੁੱਤ ਹੈ। ਮੈਂ ਜ਼ਮੀਨ ਮੇਰੇ ਕੋਲ ਹੈ, ਮੈਂ ਖੇਤੀ ਕਰਦਾ।
ਮੈਂ ਆਪਣੇ ਡੰਗਰ ਵੀ ਰੱਖੇ ਹੋਏ ਨੇ, ਬਹੁਤ ਸਾਰੇ ਲੋਕਾਂ ਨੇ ਤਾਂ ਮੇਰੇ ਕੋਲ ਛੱਡ ਡੰਗਰ ਵੀ ਹਟਾਇਆ ਨੂੰ 10-10 20-20 ਸਾਲ ਹੋ ਗਏ। ਮੈਂ ਹੱਕ ਦੇ ਪਸ਼ੂ ਰੱਖੇ ਹੋਏ ਨੇ। ਸੋ ਮੈਂ ਕਿਸਾਨੀ ਨਾਲ ਜੁੜਿਆ ਹੋਇਆ। ਦੂਜੀ ਗੱਲ, ਜਿਹੜਾ ਬੰਦਾ ਕਿਸਾਨੀ ਨਾਲ ਜੁੜਿਆ ਹੋਇਆ ਹੈ ਔਰ ਸਾਨੂੰ ਇਹ ਤਿੰਨਾਂ ਕਾਨੂੰਨਾਂ ਤੋਂ, ਦੇਖੋ ਕਿਸਾਨੀ ਇੱਕ ਐਸਾ ਪੇਸ਼ਾ ਹੈ ਜਿਹੜਾ ਮੇਰਾ ਖਿਆਲ ਕਹਿੰਦਾ ਵੀ ਸਾਰੇ ਪੇਸ਼ਿਆਂ ਨਾਲੋਂ ਵਧੀਆ ਪੇਸ਼ਾ। ਠੀਕ ਹੈ, ਪ੍ਰੋਫਿਟ ਘੱਟ ਹੈ ਪਰ ਪਰਮਾਤਮਾ ਨਾਲ ਜੁੜਿਆ ਹੋਇਆ ਪੇਸ਼ਾ। ਜੇ ਬੰਦਾ ਪਾਰਟੀਆਂ ਤੱਕ ਛੋਟੀ ਗੱਲ ਹੈ ਜੀ, ਆਪਣੇ ਪੇਸ਼ੇ ਪਿੱਛੇ ਜੋ ਮਰਜ਼ੀ ਕਰਨਾ ਪਵੇ ਉਹ ਕਰਨਾ ਪੈਂਦਾ। ਸੋ ਉਹ ਕੀਤਾ। ਜਿਸ ਦਿਨ ਦਿੱਲੀ ਦੀ ਧਰਤੀ ਉੱਤੇ ਜਾ ਕੇ ਪਹਿਲੇ ਦਿਨ ਧਰਨਾ ਲਾਇਆ ਤੇ 3 ਦਿਨ ਪਹਿਲਾਂ ਰਿਜ਼ਾਈਨ ਕਰਤਾ। ਕਾਤੇ ਕੀਤਾ ਵੀ ਯਾਰ ਪਹਿਲਾਂ ਆਪਣਾ ਪੇਸ਼ਾ ਬਚਾਈਏ, ਇਹ ਜ਼ਰੂਰੀ ਸੀਗਾ। ਇਸ ਕਰਕੇ ਇੱਧਰ ਜੁੜਿਆ। ਬਾਕੀ ਗੱਲ ਇਹ ਹੈ ਵੀ ਇਹ ਦੇਖੋ ਜਿਹੜੀ ਖਰੀਦੋ ਫਰੋਖਤ ਦੀ ਗੱਲ ਹੈ, ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ। 160 ਪਿੰਡ ਮੇਰੇ ਥੱਲੇ ਸੀਗੇ, ਬਿਲਕੁਲ 170 ਪਿੰਡ ਮੇਰੇ ਐਮਐਲਏ ਕੰਸਟੀਚੁਐਂਸੀ ਚਾਹੁੰਦੇ ਨੇ। ਉਸ ਟਾਈਮ ਮੈਂ 1 ਕੱਪ, ਜਿੱਦਣ ਮੈਂ ਮਾਰਕੀਟ ਕਮੇਟੀ ਜੁਆਇਨ ਕੀਤੀ ਆ ਨਾ ਜੀ, ਉਸ ਦਿਨ ਮੈਂ 1 ਕੱਪ ਸਰਕਾਰੀ ਚਾਹ ਦਾ ਪੀਤਾ। ਉਸ ਤੋਂ ਬਾਅਦ ਸਰਕਾਰ ਦੀ ਚਾਹ ਵੀ ਨਹੀਂ ਪੀਤੀ। ਤਨਖਾਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਜੇ ਮੈਨੂੰ ਲੋਕ ਭਰੋਸਾ ਕਰਦੇ ਨੇ, ਅੱਜ ਮੇਰੇ ਜਾ ਕੇ ਪਿੰਡਾਂ ਦੇ ਵਿੱਚ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕਰਦੇ ਨੇ ਔਰ ਪਿੰਡਾਂ ਦੀਆਂ ਸੱਥਾਂ 'ਚ ਇਕੱਠ ਹੁੰਦੇ ਨੇ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਮੈਂ ਇਹ ਮਾਹੌਲ, ਮੈਂ ਇੰਨੀਆਂ ਇਲੈਕਸ਼ਨਾਂ ਲੜੀਆਂ ਨੇ, ਮੈਂ ਇਹ ਮਾਹੌਲ ਕਦੇ ਵੀ ਨਹੀਂ ਦੇਖਿਆ ਜੋ ਅੱਜ ਇੱਜ਼ਤ ਮਿਲ ਰਹੀ ਆ। ਉਹ ਇਕੱਲੇ ਨੂੰ, ਮੇਰੇ ਨਾਲ ਵੀ ਕੋਈ ਹੁੰਦਾ। ਪਹਿਲਾਂ ਤਾਂ ਸਾਡੇ ਨਾਲ ਵੱਡੇ ਵੱਡੇ ਲੀਡਰ ਤੁਰੇ ਫਿਰਦੇ ਹੁੰਦੇ ਸੀਗੇ, ਤਾਂ ਵੀ ਸਾਨੂੰ ਇੰਨਾ ਸਨਮਾਨ ਨਹੀਂ ਸੀ ਮਿਲਦਾ ਜਿਹੜਾ ਅੱਜ ਮਿਲ ਰਿਹਾ ਹੈ। ਸੋ ਇਹ ਜਿਹੜਾ ਲੋਕਾਂ ਦਾ ਦਿੱਤਾ ਹੋਇਆ, ਮੇਰੇ ਕਿਸਾਨ ਵੀਰਾਂ ਦਾ, ਮੇਰੇ ਮਜ਼ਦੂਰਾਂ ਦਾ, ਮੇਰੇ ਮੁਲਾਜ਼ਮ ਵੀਰਾਂ ਦਾ ਤੇ ਮੇਰੇ ਛੋਟੇ ਦੁਕਾਨਦਾਰ ਵੀਰਾਂ ਦਾ ਜਿਹੜਾ ਇਹ ਮਾਣ ਸਨਮਾਨ ਆ ਨਾ, ਇਹਨੂੰ ਮੈਂ ਬਰਕਰਾਰ ਰੱਖੂੰਗਾ। ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਨੂੰ ਬੜਾ ਪਿਆਰ ਮਿਲ ਰਿਹਾ, ਲੋਕ ਨਾਲ ਨੇ, ਪਰ ਇਸ ਦੇ ਪੈਰਲਰ ਇਹ ਵੀ ਗੱਲਾਂ ਚੱਲਦੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਬਹੁਤ ਹਵਾ ਹੈ ਹਰ ਜ਼ਿਲ੍ਹੇ ਦੇ ਵਿੱਚ। ਆਪਣੇ ਇਸ ਜ਼ਿਲ੍ਹੇ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਆਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਬਹੁਤ ਹਵਾ ਹੈ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਹਿਸਾਬ ਨਾਲ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਲੋਕਾਂ ਦਾ ਕੀ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ, ਹੁਣ ਆਮ ਆਦਮੀ ਪਾਰਟੀ ਦੇ ਨਾਲ ਨੇ, ਅਕਾਲੀ ਦਲ ਨਾਲ ਨੇ, ਕਾਂਗਰਸ ਨਾਲ ਨੇ ਜਾਂ ਭਾਜਪਾ ਦੇ ਨਾਲ ਨੇ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਜੀ ਵੀ ਜਦੋਂ ਅਕਾਲੀ ਤੇ ਕਾਂਗਰਸੀ ਸੀਗੇ ਤਾਂ ਲੋਕਾਂ ਕੋਲ ਹੋਰ ਕੋਈ ਆਪਸ਼ਨ ਹੀ ਹੈ ਨਹੀਂ ਸੀ। ਉਹਨਾਂ ਕੋਲ ਆਪਸ਼ਨ ਹੀ ਆਮ ਆਦਮੀ ਪਾਰਟੀ ਸੀ ਤੇ ਸਾਡੀਆਂ ਟਿਕਟਾਂ ਵੀ ਲੇਟ ਹੋ ਗਈਆਂ, ਪਾਰਟੀ ਵੀ ਲੇਟ ਹੋ ਗਈ। ਇਸ ਕਰਕੇ ਲੋਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਜੁੜ ਗਏ ਸੀਗੇ। ਪਰ ਜਿਉਂ-ਜਿਉਂ ਜਿਸ ਪਿੰਡ 'ਚ ਵੀ ਜਾਂਦੇ ਆ ਤੇ ਉਹਨਾਂ ਦੀ ਪਾਰਟੀ ਦੇ ਝੰਡੇ ਲਾ ਰਹੇ ਨੇ ਤੇ ਸਾਡੇ ਝੰਡੇ ਲਾ ਰਹੇ ਨੇ। ਤੇ ਉਹ ਜਦੋਂ ਅਸੀਂ ਜਾ ਕੇ ਸਮਝਾਉਂਦੇ ਆ ਵੀ 750 ਸ਼ਹੀਦੀਆਂ ਹੋ ਗਈਆਂ, 1.25 ਸਾਲ ਉੱਥੇ ਬੈਠੇ ਰਹੇ ਆ ਤੇ ਉੱਥੇ ਬੈਠੇ ਆਪਾਂ ਕੀ ਗੱਲ ਕਰਦੇ ਸੀਗੇ, ਉਰੇ ਆ ਕੇ ਆਪਾਂ ਕਿਵੇਂ ਬਦਲ ਗਏ, ਤਾਂ ਉਹਨਾਂ ਦਾ ਮਨ ਆ ਜਿਹੜਾ ਚੇਂਜ ਹੁੰਦਾ। ਨੰਬਰ 2 ਤੇ ਜਦੋਂ ਉਹਨਾਂ ਕੋਲ ਕੋਈ ਆਪਸ਼ਨ ਹੀ ਨਹੀਂ ਸੀ, ਫਿਰ ਤਾਂ ਜਾਣਾ ਸੀ ਉਹਨਾਂ ਨੇ ਉੱਧਰ ਨੂੰ। ਹੁਣ ਉਹਨਾਂ ਕੋਲ ਆਪਸ਼ਨ ਆ ਗਈ, ਉਹਨਾਂ ਨੂੰ ਕਿਉਂ ਜਾਣਗੇ? ਨਾਗਰਾ ਸਾਹਿਬ ਪ੍ਰਚਾਰ ਕਰਦੇ ਨੇ ਕਿ ਮੈਂ ਇਸ ਹਲਕੇ ਦਾ, ਫਤਿਹਗੜ੍ਹ ਸਾਹਿਬ ਦਾ ਬਹੁਤ ਪੱਕੀ ਵਿਕਾਸ ਕੀਤਾ ਹੈ, ਸੜਕਾਂ ਦੇ ਜਾਲ ਵਿਛਾਤੇ ਨੇ, ਪਾਰਕਸ ਬਣਾ ਦਿੱਤੀਆਂ ਨੇ, ਤਾਂ ਜਿੱਥੇ ਜਿੱਥੇ ਵੀ ਜਿਹੜੇ ਸੀਵਰੇਜ ਦੀਆਂ ਦਿੱਕਤਾਂ ਸਨ ਉਹ ਮੈਂ ਸਾਰਾ ਜਿਹੜਾ ਸਿਸਟਮ ਹੈ ਉਹ ਹੱਲ ਕਰ ਦਿੱਤਾ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਉਹਨਾਂ ਵੱਲ ਨੂੰ ਝੁਕਾਅ ਰੱਖਣਗੇ ਜਾਂ ਇਸ ਤੋਂ ਇਲਾਵਾ ਵੀ ਕੁਝ ਹੋਰ ਮੁੱਦੇ ਹੈਗੇ ਨੇ? ਸਾਹਿਬ, ਇੱਕ ਤੁਹਾਨੂੰ ਮੈਂ ਗੱਲ ਦੱਸਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਐਮਐਲਏ, ਕੋਈ ਵੀ ਮੰਤਰੀ ਇਹ ਕਦੇ ਵੀ ਬਿਆਨ ਨਾ ਦੇਵੇ ਮੈਂ ਵਿਕਾਸ ਕਰਾਇਆ। ਯਾਰ, ਸਾਡੇ ਟੈਕਸਾਂ ਦਾ ਪੈਸਾ ਹੈ ਜੋ ਸਾਡੀ ਕੰਸਟੀਚੁਐਂਸੀ ਦੇ ਵਿੱਚ ਲੱਗ ਗਿਆ ਤੇ ਐਮਐਲਏ ਦਾ ਇਹਦੇ 'ਚ ਕੀ ਯੋਗਦਾਨ ਆ? ਜੀ, ਇਹ ਜ਼ਰੂਰ ਹੈ ਕਿ ਜਿੰਨੀਆਂ ਟੈਲਾਂ ਲੱਗੀਆਂ ਨੇ, ਜੋ ਉਹਨਾਂ 'ਚੋਂ ਹੋਇਆ, ਉਹ ਨਾ ਤਾਂ ਕਿਸੇ ਸਰਪੰਚ ਨੂੰ ਹਿੱਸਾ ਮਿਲਿਆ, ਨਾ ਕਿਸੇ ਸੈਕਟਰੀ ਨੂੰ ਮਿਲਿਆ, ਨਾ ਕਿਸੇ ਵੀਡੀਓ ਨੂੰ ਮਿਲਿਆ। ਨਹੀਂ, ਅਕਸਰ ਪਹਿਲਾਂ ਦੇਖੋ, ਇਹ ਤਾਂ ਨੈਚੁਰਲ ਗੱਲ ਹੈ ਕਿ 10-20% ਜਿਹੜਾ ਹਿੱਸਾ ਹੈ ਸਾਰੇ ਇਕੱਠੇ ਕਰਕੇ ਆਪਣਾ ਖਰਚਾ ਪਰਚਾ ਚਲਾਉਂਦੇ ਸੀਗੇ, ਪਰ ਉਹ ਕਿਸੇ ਨੂੰ ਵੀ ਨਹੀਂ ਮਿਲਿਆ। ਉਹ ਕੱਲਾ ਹੀ ਵਿਕਾਸ ਐਮਐਲਏ ਸਾਹਿਬ ਦਾ ਹੋਇਆ। ਪਰ ਅਗਲੀ ਗੱਲ, 117 ਹਲਕੇ ਨੇ ਪੰਜਾਬ ਦੇ ਵਿੱਚ। 117 ਹਲਕਿਆਂ ਦੇ ਵਿੱਚ ਤੁਸੀਂ ਕਦੇ ਰੋਜ਼ ਟੀਵੀ ਤੇ ਦੇਖਦੇ ਹੋ, 116 ਹਲਕਿਆਂ ਦੇ ਵਿੱਚ ਕੋਈ ਰੌਲਾ ਹੈ ਨਹੀਂ ਤੇ 117ਵਾਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿਹੜੀ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਤੇ ਐਮਐਲਏ ਸਾਹਿਬ ਤਾਂ ਕੋਈ ਹੈ ਜਾਂ ਪਿੰਡ ਜਿੱਥੇ ਵਿਰੋਧ ਨਾ ਹੋਇਆ ਹੋਵੇ। ਫਿਰ ਕਿਹੜੇ ਵਿਕਾਸ ਦੀ ਗੱਲ ਕਰਦੇ ਹਾਂ ਅਸੀਂ? ਵਿਕਾਸ ਨਹੀਂ, ਹਲਕੇ ਦਾ ਤਾਂ ਵਿਨਾਸ਼ ਕੀਤਾ ਹੈ, ਪਰਚਿਆਂ ਦੀ ਰਾਜਨੀਤੀ ਕੀਤੀ ਹੈ, ਸਰਪੰਚਾਂ ਨੂੰ ਦਬਾਇਆ ਗਿਆ। ਜਿੰਨੇ ਵਰਕਰ ਸੀਗੇ ਸਾਡੇ ਵਰਗੇ A1 ਵਰਕਰ, ਜਿਨ੍ਹਾਂ ਨੇ ਪਾਰਟੀ ਨੂੰ ਕਿਤੇ ਤੇ ਕਿਤੇ 24,000 ਵੋਟ ਤੇ, ਕਿੱਥੇ ਤਾਂ 3,000 ਵੋਟ ਤੇ ਜਿੱਤੇ ਸੀ ਤੇ ਕਿੱਥੇ 24,000 ਵੋਟ ਤੇ ਜਿੱਤੇ, ਤੇ ਸਾਡੇ ਵਰਗੇ ਵਰਕਰਾਂ ਨੂੰ ਲਤਾੜ ਕੇ ਰੱਖਤਾ। ਤੇ ਉਹਨਾਂ ਦੀ ਧਰਮ ਪਤਨੀ, ਉਹਨਾਂ ਨੇ ਮੇਰਾ ਖਿਆਲ ਕਰਨਾ ਵੀ ਸਾਡੇ ਲੋਕਾਂ ਦੇ, ਸਾਡੇ ਜਿਹੜੇ ਕਾਂਗਰਸ ਦੇ ਪੱਕੇ ਵਰਕਰ ਸੀਗੇ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾਏ। ਕਿਉਂ? ਕਿਉਂਕਿ ਉਹਨਾਂ ਨੂੰ ਦੱਬ ਕੇ ਰੱਖਿਆ ਜਾਵੇ। ਪਰ ਹੁਣ ਲੋਕ ਉਸ ਗੱਲ ਦਾ ਜਵਾਬ ਦੇ ਰਹੇ ਨੇ
ਦੇਖ ਰਹੇ ਹੋ ਕੱਲੇ ਕੱਲੇ ਪਿੰਡ ਦੇ ਵਿੱਚ ਭੱਜ ਕੇ ਜਾਨ ਬਚਾਉਂਦੇ ਨੇ। ਸੋ ਇਹ ਕਾਹਦਾ ਵਿਕਾਸ ਹੈ? ਤਾਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਤੁਸੀਂ ਨਿਕਲ ਕੇ ਆਏ ਹੋ ਜੀ, ਜਿਨ੍ਹਾਂ ਨੂੰ ਤੁਸੀਂ ਕਿਹਾ ਕਿ ਰਿਜ਼ਾਈਨ ਦਿੱਤਾ, ਕਾਂਗਰਸ ਅਕਾਲੀ ਦਲ, ਉਹਨਾਂ ਦੇ ਵੱਲੋਂ ਕਦੇ ਅਪਰੋਚ ਨਹੀਂ ਕੀਤੀ ਗਈ ਕਿ ਹਾਂ ਸਾਡੀ ਹਮਾਇਤ ਕੀਤੀ ਜਾਵੇ, ਜ਼ਿਲ੍ਹੇ ਦੇ ਵਿੱਚ ਤੁਸੀਂ ਸਾਡੀ ਹਮਾਇਤ ਕਰੋ? ਸਭ ਹਮਾਇਤ ਕਰਨ ਜੋਗੇ ਰਹੇ ਹੀ ਨਹੀਂ ਸੀ। ਇਹ ਵਿਰੋਧ ਹੀ ਇੰਨਾ ਕਰ ਚੁੱਕੇ ਸੀ ਸਾਡਾ, ਇਹ ਹਮਾਇਤ ਦੀ ਅਪੀਲ ਹੀ ਨਹੀਂ ਸੀ ਕਰ ਸਕਦੇ। ਸਾਡਾ ਵਿਰੋਧ ਹੀ ਇੰਨਾ ਕਰ ਚੁੱਕੇ ਸੀ, ਇਸ ਲੈਵਲ ਤੱਕ ਕਰ ਚੁੱਕੇ ਸੀਗੇ। ਕਈ ਵਾਰੀ ਇਦਾਂ ਹੁੰਦਾ, ਜੇ ਆਪਣੇ ਘਰੇ ਨਾ ਕੋਈ ਮਤਲਬ ਕੋਈ ਪਸ਼ੂ ਆ ਵੜੇ, ਜੇ ਆਪਾਂ ਕੁੰਡਾ ਲਾ ਕੇ ਉਹਨੂੰ ਕੁੱਟਣ ਲੱਗ ਜਾਈਏ ਤਾਂ ਉਹ ਕਿਤੇ ਨਾ ਕਿਤੇ ਆਪਾਂ ਨੂੰ ਮਾਰੂ। ਜੇ ਆਪਾਂ ਥੋੜਾ ਬਹੁਤਾ ਗੇਟ ਖੁੱਲ੍ਹਾ ਰੱਖ ਲਈਏ, ਨਾਲੇ ਤਾਂ ਆਪਣਾ ਗੁੱਸਾ ਠੰਡਾ ਹੋ ਜਾਂਦਾ, ਨਾਲੇ ਉਹ ਭੱਜ ਜਾਂਦਾ ਜੀ। ਇਹਨਾਂ ਨੇ ਤਾਂ ਖਿੜਕੀ ਓ ਨਹੀਂ ਰੱਖੀ, ਉਹ ਬੈਕ ਮੁੜਨ ਵਾਲੀ ਤਾਂ ਖਿੜਕੀ ਓ ਨਹੀਂ ਰੱਖੀ ਹੈ। ਤੇ ਕਹਿੰਦੇ ਕਿਹੜੇ ਮੂੰਹ ਨਾਲ ਆ ਕੇ ਮੇਰੇ ਖਿਲਾਫ? ਮੈਂ ਘਰੇ ਬੈਠਾ ਸੀ ਇੱਥੇ, ਆ ਸਾਡੇ 3 ਕਿੱਲਿਆਂ ਦੇ ਉੱਤੇ ਪਰਿਵਾਰ ਹੈ ਇੱਕ, 13 ਜਾਣਿਆਂ ਖਿਲਾਫ ਸਾਡੇ ਮੁਕੱਦਮਾ ਦਰਜ ਕਰਵਾਤਾ। ਮੈਂ ਆਪਣੇ ਘਰੇ ਬੈਠਾ ਸੀਗਾ, ਮੇਰੇ ਜਾਣ ਤੋਂ ਪਹਿਲਾਂ ਉੱਥੇ ਪੁਲਿਸ ਆਈ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਗਿਆ। ਮੈਂ ਤਾਂ ਗਿਆ ਕਿਉਂਕਿ ਮੇਰੀ ਨੂੰਹ ਸਰਪੰਚ ਹੈ, ਮੈਂ ਪਿੰਡ ਦਾ ਨੰਬਰਦਾਰ ਹਾਂ, ਮੈਨੂੰ ਬੁਲਾਉਂਦੇ ਨੇ ਲੋਕ। ਮੇਰੇ ਖਿਲਾਫ 452 ਦਾ ਮੁਕੱਦਮਾ ਦਰਜ ਕਰਾਤਾ। ਇਹ ਰਾਜਨੀਤੀ ਕੀਤੀ ਹੈ, ਇਹਨੂੰ ਵਿਕਾਸ ਕਹਿੰਦੇ ਹੋ ਤੁਸੀਂ? ਤੁਸੀਂ ਸੱਤਾ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦਾ ਵਿਕਾਸ? ਨਹੀਂ, ਬਿਲਕੁਲ ਨਹੀਂ ਜੀ। ਅਸੀਂ ਆਹ ਰਾਜਨੀਤੀ ਜਿਹੜੀ ਹੈਗੀ ਆ, ਪਰਚਿਆਂ ਵਾਲੀ ਰਾਜਨੀਤੀ ਅਸੀਂ ਬਿਲਕੁਲ ਨਹੀਂ ਕਰਾਂਗੇ। ਜਿਹੜੇ ਪਿੰਡਾਂ ਦੇ ਵਿੱਚ ਫੈਸਲੇ ਤਾਂ ਫੈਸਲੇ ਕਰਵਾਵਾਂਗੇ। ਅਸੀਂ ਚਾਹੁੰਦੇ ਹਾਂ ਵੀ ਭਾਈਚਾਰੇ ਨੂੰ ਜੋੜਿਆ ਜਾਵੇ, ਨਾ ਕਿ ਤੋੜਿਆ ਜਾਵੇ। ਬੇਅਦਬੀ ਦਾ ਮਸਲਾ ਪੰਜਾਬ ਦੇ ਵਿੱਚ ਬੜਾ ਗਰਮਾਇਆ। ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀ ਹੁੰਦੀ ਹੈ, ਸ਼ਾਂਤਮਈ ਪ੍ਰਦਰਸ਼ਨ ਕਰਦੇ ਜਾਂ ਹੱਕ ਮੰਗਦੇ ਲੋਕਾਂ, ਇਨਸਾਫ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਤੀਆਂ ਜਾਂਦੀਆਂ ਨੇ, ਉਹ ਪੁਲਿਸ ਨੂੰ ਅਣਪਛਾਤੀ ਬਣਾ ਦਿੱਤਾ ਜਾਂਦਾ ਹੈ। ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਦੇ ਵਿੱਚ ਆਉਂਦੇ ਨੇ ਕਿ ਮੈਂ ਬੇਅਦਬੀਆਂ ਦਾ ਇਨਸਾਫ ਕਰਾਂਗਾ। ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਨੂੰ ਲਾ ਕੇ ਮੁੱਖ ਮੰਤਰੀ ਬਣਦੇ ਨੇ ਕਿ ਜੋ 4.5 ਸਾਲਾਂ 'ਚ ਨਹੀਂ ਹੋਇਆ ਮੈਂ 6 ਮਹੀਨਿਆਂ 'ਚ ਕਰਕੇ ਦਿਖਾ ਦਾਂਗਾ। ਪਰ ਬੇਅਦਬੀਆਂ ਦਾ ਇਨਸਾਫ ਮੰਗਦੇ ਲੋਕ ਅੱਜ ਵੀ ਬਰਗਾੜੀ ਧਰਨਾ ਨਹੀਂ ਬੈਠੇ ਨੇ। ਕਿਸਾਨ ਜਥੇਬੰਦੀਆਂ ਤੋਂ ਉਹ ਕੀ ਉਮੀਦ ਰੱਖ ਸਕਦੇ ਨੇ ਕਿ ਕੀ ਤੁਸੀਂ ਇਨਸਾਫ ਕਰਕੇ ਦੋਗੇ? ਦੇਖੋ, ਗੱਲ ਇਹ ਹੈ, 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚਲਾਈ ਹੈ। ਜਿਹੜੇ ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਬਚਾਇਆ ਗਿਆ। SIT ਨੂੰ ਕੀ ਹੁੰਦਾ, SIT ਦਾ 1 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦੇ ਦਿੰਦੀ ਹੈ। 6 ਮਹੀਨੇ, ਸਾਲ, 1.5 ਸਾਲ ਵਿੱਚ ਆ ਕੇ ਹਾਈ ਕੋਰਟ ਜਮ੍ਹਾਂ ਕਰਾਤੀ ਜੀ, ਇਹ ਕਰਤਾ। ਮਤਲਬ ਉਹਨਾਂ ਨੂੰ ਬਚਾਇਆ ਗਿਆ, ਟਾਈਮ ਟਪਾਇਆ ਗਿਆ। ਔਰ ਗੁਟਕਾ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ, ਸਹੁੰ ਚੱਕੀ ਵੀ ਹਾਂ ਅਸੀਂ 4ਵੇਂ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ। ਨਸ਼ਾ ਤਾਂ ਖਤਮ ਤਾਂ ਹੋਵੇ ਜੇ ਇਹ ਵੇਚਦੇ ਨਾ ਹੋਣ। ਨਸ਼ਾ ਹੀ ਇਹ ਲੀਡਰ ਵੇਚਦੇ ਨੇ। ਜਿਹੜੇ ਖਤਮ ਕਰਨ ਵਾਲੇ ਨੇ ਜਦ ਉਹੀ ਵੇਚਣ ਲੱਗ ਜਾਣ, ਜਾਂ ਜਿਹੜੀ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਫਿਰ ਪਿੱਛੇ ਕੀ ਰਹਿ ਜਾਂਦਾ? ਨਸ਼ਾ ਹੀ ਇਹ ਵੇਚਦੇ ਸੀ। ਸੋ ਇਹਨਾਂ ਕਰਕੇ ਤਾਂ ਸਾਰੀਆਂ ਪ੍ਰੋਬਲਮਾਂ ਕਰਕੇ ਤਾਂ ਇਹਨਾਂ ਤੋਂ ਵੱਖਰੇ ਹੋਣਾ ਪਿਆ। ਜਿਹੜੀਆਂ ਗੱਲਾਂ ਕਰਜ਼ਾ ਕੁਰਕੀ ਖਤਮ, ਕੱਲੇ ਘਰ ਘਰ ਨੌਕਰੀ, ਸਾਨੂੰ ਨਾਲ ਇਹ ਵੀ ਕਹਿੰਦੇ ਸੀਗੇ ਤੁਸੀਂ ਪ੍ਰਚਾਰ ਕਰਿਆ ਕਰੋ, ਤੁਹਾਨੂੰ ਆਟਾ ਦਾਲ ਦੇ ਨਾਲ ਚੀਨੀ ਚਾਹ ਪੱਤੀ ਵੀ ਦਿਆ ਕਰਾਂਗੇ। ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਸ਼ਾਇਦ ਦੇ ਹੀ ਦੇਣ। ਮਤਲਬ ਸਾਨੂੰ ਤਾਂ ਇਹਨਾਂ ਨੂੰ ਲੋਕਾਂ 'ਚ ਜਾਣ ਜੋਗੇ ਨਹੀਂ ਸੀ ਛੱਡਿਆ। ਅਸੀਂ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ ਕੋਲ ਕੰਪੇਨ ਕਰਦੇ ਜਾ ਕੇ ਕਾਂਗਰਸ ਦੀ ਵੀ ਹਾਂ ਭਾਈ ਅਸੀਂ ਆਹ ਕੀਤਾ? ਕੁਛ ਵੀ ਨਹੀਂ ਕੀਤਾ। ਸਿਰਫ ਤੇ ਸਿਰਫ ਗੱਲ ਕੀ ਹੈ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬੱਸਾਂ ਦੇ ਸ਼ਹਿਰਾਂ ਦੇ ਵਿੱਚ ਬੋਰਡ ਲੱਗੇ ਵੀ ਸੀਗੇ, ਤੇ ਹੁਣ ਬਾਅਦ 'ਚ ਚੰਨੀ ਸਾਹਿਬ ਦੇ ਬੋਰਡ ਲੱਗ ਗਏ ਤੇ ਸ਼ਹਿਰਾਂ 'ਚ ਲੱਗ ਗਏ। ਮੇਰਾ ਖਿਆਲ ਹੈ ਜੋ ਬੋਰਡਾਂ ਤੇ ਖਰਚਾ ਹੋਇਆ ਸ਼ਾਇਦ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਜੇ ਕਿਤੇ ਸਕੂਲਾਂ 'ਚ ਇਹ ਇੰਨਾ ਕੁ ਖਰਚਾ ਸਕੂਲਾਂ 'ਚ ਕਰ ਦਿੰਦੇ ਤਾਂ ਵਧੀਆ ਐਜੂਕੇਸ਼ਨ ਆ ਜਾਂਦੀ। ਜੇ ਇਹੀ ਖਰਚਾ ਹਸਪਤਾਲਾਂ 'ਚ ਕਰ ਦਿੰਦੇ ਤਾਂ ਸ਼ਾਇਦ ਹੋ ਸਕਦਾ ਹਸਪਤਾਲਾਂ 'ਚ ਦਵਾਈਆਂ ਆ ਜਾਂਦੀਆਂ। ਸੋ ਇਹ ਸਿਰਫ ਤੇ ਇੱਕ ਸ਼ੋਸ਼ੇਬਾਜ਼ੀ ਦੀ ਸਿਆਸਤ ਹੋ ਰਹੀ ਹੈ। ਤੇ ਅੱਜ ਲੋਕ ਉਮੀਦ ਲਾਈ ਬੈਠੇ ਨੇ, ਉਹ ਉਮੀਦ ਰੱਖਦੇ ਨੇ ਕਿ ਕਿਸਾਨ ਜਥੇਬੰਦੀਆਂ ਕੁਝ ਸਾਨੂੰ ਸਵਾਰ ਕੇ ਦੇਣਗੀਆਂ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨਾਂ ਨੇ, ਲੋਕਾਂ ਨੇ ਮਿਲ ਕੇ ਅੰਦੋਲਨ ਲੜਿਆ, ਤਾਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੀਆਂ ਨੇ ਕਿ ਕੋਈ ਪਾਰਟੀ ਕਹਿੰਦੀ ਹੈ ਕਿ ਸਿੱਖ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ, ਫਿਰ ਕੋਈ ਪਾਰਟੀ ਆ ਕੇ ਕਹਿ ਦਿੰਦੀ ਹੈ ਕਿ ਅਸੀਂ ਮੁੱਖ ਮੰਤਰੀ ਹਿੰਦੂ ਬਣਾਵਾਂਗੇ, ਕੋਈ ਕਹਿੰਦਾ ਕਿ ਅਸੀਂ ਦਲਿਤ ਨੂੰ ਬਣਾਵਾਂਗੇ। ਕਾਂਗਰਸ ਪਾਰਟੀ ਦਲਿਤ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਹੁਣ ਵੀ ਇੱਕ ਦਲਿਤ ਚਿਹਰਾ ਸਾਹਮਣੇ ਲਿਆਂਦਾ ਹੈ। ਤਾਂ ਇੱਕ ਜਾਤ ਪਾਤ ਦੀ, ਧਰਮ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਕਿ ਤੁਸੀਂ ਇਸ ਰਾਜਨੀਤੀ ਤੋਂ ਨਿਖੜ ਕੇ ਸਾਹਮਣੇ ਆ ਕੇ ਚੱਲੋਗੇ ਕਿ ਹਾਂ ਅਸੀਂ ਨਿਰੋਲ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਏਜੰਡੇ ਜਾਂ ਜਿਹੜੇ ਲੋਕਾਂ ਦੇ ਏਜੰਡੇ ਉਹੀ ਲੈ ਕੇ ਚੱਲਾਂਗੇ, ਜਾਂ ਇਸ ਤਰ੍ਹਾਂ ਦੇ ਹੀ ਏਜੰਡੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਚਲਾਏ ਜਾਣਗੇ? ਦੇਖੋ, ਗੱਲ ਇਹ ਹੈ, ਇਹ ਇਕੱਲੀ ਕਿਸਾਨ ਜਥੇਬੰਦੀਆਂ ਦੀ ਜਥੇਬੰਦੀ ਨਹੀਂ ਹੈਗੀ, ਮਜ਼ਦੂਰਾਂ ਦੀ ਵੀ ਜਥੇਬੰਦੀ ਹੈ। ਕਿਸਾਨ ਤੇ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ। ਸਭ ਤੋਂ ਪਹਿਲੀ ਗੱਲ ਤਾਂ ਰਾਜਨੀਤੀ ਦੇ ਵਿੱਚ ਜਾਤ ਪਾਤ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਆ, ਕੋਈ ਧਰਮ ਨਹੀਂ ਆਉਣਾ ਚਾਹੀਦਾ। ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਜਿਹਦੀ ਯੋਗਤਾ ਬਣਦੀ ਹੈ ਉਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ। ਜ਼ਰੂਰੀ ਨਹੀਂ ਹੈਗਾ ਕਿ ਇਹ ਹੁਣ ਇਹਦੇ ਜੀ ਇਹ ਕੇਸਾਧਾਰੀ ਹੋਣਾ ਚਾਹੀਦਾ, ਜਾਂ ਇਹ
ਸਹਿਜਧਾਰੀ ਹੋਣਾ ਚਾਹੀਦਾ ਹੈ। ਮਤਲਬ ਕਹਿਣ ਦਾ ਭਾਵ ਸਾਡੀ ਸਟੇਟ ਨੂੰ ਚੰਗੇ ਤਰੀਕੇ ਚਲਾ ਸਕਦਾ ਹੋਵੇ, ਜਿਹਨੂੰ ਪਤਾ ਹੋਵੇ ਵੀ ਸਟੇਟ ਚਲਾਉਣੀ ਕਿਵੇਂ ਹੈ। ਹੁਣ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਚਲਾਇਆ, ਹਿੰਦੁਸਤਾਨ +7% ਤੇ ਗਰੋਥ ਕਰ ਰਿਹਾ ਸੀਗਾ। ਅੱਜ ਇੱਕ ਚਾਹ ਵਾਲੇ ਕੋਲ ਆ ਗਿਆ ਦੇਸ਼ ਤੇ ਅੱਜ -23% ਤੇ ਆ। ਹੁਣ ਤੁਸੀਂ ਕੀ ਇਹਦੇ 'ਚ ਕੀ ਸੋਚੋਗੇ ਵੀ ਇੱਕ 2% ਆਬਾਦੀ ਵਾਲੇ ਇਨਸਾਨ ਨੇ ਤਾਂ ਦੇਸ਼ ਚਲਾਇਆ ਪਲੱਸ 'ਚ, ਤੇ ਜਿਹੜੀ ਕਮਿਊਨਿਟੀ ਦਾ ਦੇਸ਼ ਹੈ ਉਸ ਬੰਦੇ ਨੂੰ ਅੱਜ ਰਾਜ ਭਾਗ ਉਹਨੇ -23 ਤੇ ਲਿਆਂਦਾ। ਫਿਰ ਇੱਥੇ ਜਾਤ ਪਾਤ ਕੀ ਕਰੂਗੀ? ਤਾਂ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਵੀ ਕਹਿੰਦੀ ਹੈ ਕਿ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਅੱਗੇ ਲੈ ਕੇ ਆਏ ਹਾਂ, ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਟਿਕਟ ਦਿੱਤੀ ਹੈ। ਚੰਨੀ ਸਾਹਿਬ ਵੀ ਕਹਿੰਦੇ ਨੇ ਕਿ ਮੈਂ ਤਾਂ ਬੜੇ ਗਰੀਬ ਪਰਿਵਾਰ ਚੋਂ ਆਇਆ, ਜਿਹੜਾ ਕੁਝ ਮੈਂ ਕੀਤਾ ਸ਼ਾਇਦ ਕਿਸੇ ਨੇ ਨਹੀਂ ਕੀਤਾ ਹੋਊਗਾ। ਉਹ ਬੜੀਆਂ ਗੱਲਾਂ ਨੇ ਜਿਹੜੀਆਂ ਉਹ ਦੱਸਦੇ ਨੇ ਕਿ ਅਸੀਂ ਇਹ ਕੁਝ ਕਰਦੇ ਰਹੇ ਹਾਂ। ਤਾਂ ਕੀ ਲੱਗਦਾ ਕਿ ਤੁਹਾਨੂੰ ਉਹ ਕੁਝ ਕਰ ਸਕਦੇ ਨੇ, ਜਾਂ ਉਮੀਦ ਹੁਣ ਸਿਰਫ ਕਿਸਾਨ ਜਥੇਬੰਦੀਆਂ ਤੋਂ ਰੱਖੀ ਜਾਵੇ? ਦੇਖੋ, ਜਿਹੜੇ ਬੰਦਿਆਂ ਦੇ ਘਰੋਂ 10-10 ਕਰੋੜ ਰੁਪਇਆ ਫੜਿਆ ਜਾਂਦਾ ਹੋਵੇ ਉਹ ਕਦੇ ਗਰੀਬ ਨਾ ਪਹਿਲਾਂ ਤਾਂ ਕਹਾਵੇ। ਦੇਖੋ, ਗਰੀਬ ਦਾ ਤਾਂ ਇੱਕ ਵਾਸਤਾ ਪਾਉਣ ਵਾਲੀ ਗੱਲ ਹੈ। ਹੈਗਾ ਤਾਂ ਸਾਡੇ ਕੋਲ ਸਾਰਾ ਕੁਝ ਹੈ, ਵੱਡੀਆਂ ਗੱਡੀਆਂ ਨੇ, ਸਾਰਾ ਕੁਝ, ਪਰ ਕਿਸਾਨ ਜਥੇਬੰਦੀਆਂ ਨੇ ਤਾਂ ਜੋ ਲੋਕਾਂ ਨੇ ਸੋਚਿਆ ਹੋਇਆ ਵੀ ਕੀ ਕਰਨਗੇ ਉਹ ਤਾਂ ਕਰਕੇ ਦਿਖਾਤਾ। ਕਿਸਾਨ ਜਥੇਬੰਦੀਆਂ ਨੇ ਉਸ ਟਾਈਮ ਤਾਂ ਕੋਈ ਅਸੀਂ ਪੋਲੀਟੀਕਲ ਪਾਰਟੀ ਨਹੀਂ ਸੀ ਬਣਾਈ, ਨਾ ਅਸੀਂ ਪੋਲੀਟੀਕਲ ਸੋਚ ਰੱਖੀ ਸੀ। ਉਸ ਟਾਈਮ ਸਾਡੇ ਲੋਕਾਂ ਨੇ ਜਾ ਕੇ ਦਿੱਲੀ ਦੀਆਂ ਬਰੂਆਂ ਤੇ ਧੱਕੇ ਨਾਲ ਜਾ ਕੇ ਕਬਜ਼ਾ ਕੀਤਾ ਤੇ ਤਾਂ ਜਾ ਕੇ ਕਾਨੂੰਨ ਵਾਪਸ। ਅਸੀਂ ਤਾਂ ਆਪਣਾ ਰਿਜ਼ਲਟ ਪਹਿਲਾਂ ਜਿਹੜਾ ਇਹ 70 ਸਾਲਾਂ 'ਚ 74 'ਚ ਦੇ ਨਹੀਂ ਸਕੇ, ਤਾਂ ਪਹਿਲਾਂ 1.25 ਸਾਲ 'ਚ ਦਈ ਬੈਠੇ ਆ। ਤਾਂ ਜਿਸ ਦਿਨ ਗੁਰਨਾਮ ਸਿੰਘ ਚੜੂਨੀ ਜੀ ਨੇ ਤੁਹਾਨੂੰ ਟਿਕਟ ਦਿੱਤੀ ਹੈ ਤਾਂ ਉੱਥੇ ਵਿਰੋਧਤਾ ਹੁੰਦੀ ਹੈ। ਹਾਂਜੀ। ਉਸ ਵਿਰੋਧਤਾ ਦਾ ਕੀ ਕਾਰਨ ਹੈ? ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਵਿਰੋਧਤਾ ਕਿਉਂ ਹੋਈ? ਕਿ ਉਹ ਲੋਕ ਕਹਿ ਰਹੇ ਸੀ ਕਿ ਤੁਸੀਂ ਇਸ ਦੀ ਦਾਅਵੇਦਾਰੀ ਨਹੀਂ ਪੇਸ਼ ਕਰਦੇ, ਜਿਹੜੇ ਵਿਰੋਧਤਾ ਕਰ ਰਹੇ ਸੀ ਉਹ ਦਾਅਵੇਦਾਰੀ ਪੇਸ਼ ਕਰਦੇ ਨੇ। ਦੇਖੋ, ਗੱਲ ਇਹ ਹੈ, ਟਿਕਟ ਤਾਂ ਇੱਕ ਨੂੰ ਹੀ ਮਿਲਣੀ ਹੈ। ਮੇਰੀ ਵਫਾਦਾਰੀ ਜ਼ਿਆਦਾ ਹੋਊਗੀ ਤਾਂ ਮੈਨੂੰ ਮਿਲ ਗਈ, ਉਹਨਾਂ ਦੀ ਵਫਾਦਾਰੀ ਜ਼ਿਆਦਾ ਹੁੰਦੀ ਉਹਨਾਂ ਨੂੰ ਮਿਲਦੀ। ਤੇ ਵਿਰੋਧਤਾ ਕਰਕੇ ਫਿਰ ਕਿਹੜਾ ਟਿਕਟ ਮਿਲ ਗਈ? ਪਹਿਲਾਂ ਤਾਂ ਇਹੀ ਗੱਲ ਕਹਿੰਦੇ ਵੀ ਅਸੀਂ ਕਿਸਾਨਾਂ ਦੀ ਸੇਵਾ ਕੀਤੀ ਹੈ, ਅਸੀਂ ਕਿਸਾਨ ਜਥੇਬੰਦੀਆਂ, ਅਸੀਂ ਕਿਸਾਨ ਹੈ ਜੀ। ਤੇ 1 ਮਹੀਨੇ ਦੇ ਵਿੱਚ 15 ਦਿਨ ਟਿਕਟ ਨੂੰ ਨਹੀਂ ਨਿਕਲੇ ਹੈਗੇ, ਹੁਣ ਅਕਾਲੀ ਦਲ 'ਚ ਚਲੇ ਗਏ। ਤੇ ਫਿਰ ਫਿਰ ਜਿਸ ਪਾਰਟੀ ਨੇ ਜਿਸ ਪਾਰਟੀ ਦੇ ਨੁਮਾਇੰਦਿਆਂ ਨੇ ਹਰਸਿਮਰਤ ਕੌਰ ਬਾਦਲ ਦੀ ਹਜ਼ੂਰੀ ਦੇ ਵਿੱਚ ਇਹ ਕਾਨੂੰਨ ਪਾਸ ਹੋਏ ਨੇ, ਵਿਰੋਧ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕੀਤਾ ਹੈ, ਤੇ ਉਸ ਪਾਰਟੀ ਦੇ ਉਹਦੇ ਸਹੁਰਾ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਕਾਨੂੰਨ ਬਹੁਤ ਵਧੀਆ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਕਾਨੂੰਨ ਬਹੁਤ ਵਧੀਆ ਨੇ। ਠੀਕ ਹੈ ਨਾ ਜੀ। ਤੇ ਨਾਲ ਇਹ ਵੀ ਗੱਲ ਕਹੀ ਆ ਵੀ ਇਹਨਾਂ ਨੂੰ ਆਮ ਪਾਰਟੀਆਂ ਜਿਹੜੀਆਂ ਨੇ ਉਹ ਚੱਕ ਰਹੀਆਂ ਨੇ, ਕਿਸਾਨਾਂ ਨੂੰ ਭੜਕਾ ਰਹੀਆਂ ਨੇ, ਇਹ ਹੋਰ ਪਾਰਟੀਆਂ ਦੇ ਬਹਿਕਾਵੇ 'ਚ ਆ ਕੇ ਧਰਨੇ ਲਾ ਰਹੇ ਨੇ। ਤੇ ਉਦੋਂ ਇਹਦੀ ਸਟੇਟਮੈਂਟ ਹੈ ਨਾ, ਤੁਹਾਡੇ ਕੋਲ ਤਾਂ ਹੋਣੀ ਆ ਸਟੇਟਮੈਂਟ ਉਹ ਜੀ। ਸੋ ਉਹ ਪਾਰਟੀ ਦੇ ਵਿੱਚ ਚਲੇ ਜਾਣਾ ਇਹ ਬੀਜੇਪੀ ਨਾਲ ਵੀ ਮਾੜਾ ਹੈ। ਬੀਜੇਪੀ, ਦੇਖੋ, ਬੀਜੇਪੀ ਤਾਂ ਇੱਕ ਸਾਡੀ ਆਪੋਜੀਸ਼ਨ ਪਾਰਟੀ ਸੀ, ਪੰਜਾਬ ਦੇ ਹਮੇਸ਼ਾ ਪੰਜਾਬ ਦੇ ਹਿੱਤਾਂ ਤੇ ਉਲਟ ਹੈ। ਇਹ ਤਾਂ ਅਸੀਂ ਮੰਨਦੇ ਹਾਂ ਨਾ ਵੀ ਸਾਡੀ ਦੁਸ਼ਮਣ ਪਾਰਟੀ ਹੈ। ਅਕਾਲੀ ਦਲ ਨੂੰ ਤਾਂ ਅਸੀਂ ਆਪਣੀ ਕਿਸਾਨਾਂ ਦੀ ਪਾਰਟੀ ਮੰਨਦੇ ਸੀਗੇ, ਪਿੰਡਾਂ ਦੀ ਪਾਰਟੀ ਮੰਨਦੇ ਸੀਗੇ। ਜਦੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਉਹਨਾਂ ਦਾ ਫਰਜ਼ ਬਣਦਾ ਸੀਗਾ ਸਾਡੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਆਹ ਕੁਝ ਹੋ ਰਿਹਾ ਤੇ ਇਹਦੇ ਬਚੋ। ਤੇ ਉਹਨਾਂ ਨੇ ਤਾਂ ਉਸ ਟਾਈਮ ਇਹ ਗੱਲ ਕਹੀ ਹੈ ਵੀ ਇਹ ਕਾਨੂੰਨ ਠੀਕ ਨੇ। ਅਰਵਿੰਦ ਕੇਜਰੀਵਾਲ ਨੇ ਕਿਹਾ ਦਲੀਪ ਜੀ ਦੀ ਇੰਟਰਵਿਊ ਦੇ ਵਿੱਚ ਵੀ ਇਹ ਕਾਨੂੰਨ ਨੇ ਜਿਹੜਾ 70 ਸਾਲਾਂ ਬਾਅਦ ਜਿਹੜਾ ਪਹਿਲਾ ਕਦਮ ਜਿਹੜਾ ਚੱਕਿਆ ਸਰਕਾਰ ਨੇ ਕਿ ਸਭ ਤੋਂ ਟੌਪ ਦਾ ਕੰਮ ਹੈ ਵੀ ਕਿਸਾਨ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦਾ ਹੈ। ਠੀਕ ਹੈ ਨਾ ਜੀ। ਉਹਨਾਂ ਨੇ 26 ਸਟੇਟਾਂ ਤੋਂ ਵਿੱਚੋਂ ਇੱਕ ਸਟੇਟ ਹੈ ਜਿਹਨੇ ਸਭ ਤੋਂ ਪਹਿਲਾਂ ਕਾਨੂੰਨ ਦਿੱਲੀ ਦੇ ਵਿੱਚ ਲਾਗੂ ਕੀਤਾ। ਤੇ ਕੇਜਰੀਵਾਲ ਸਾਡੇ ਕੋਲ ਪੰਜਾਬ ਦੇ ਵਿੱਚ ਕਿਸ ਤਰੀਕੇ ਆ ਕੇ ਵੋਟਾਂ ਮੰਗਣ ਆ ਰਿਹਾ ਹੈ। ਅਖੀਰ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਬੜੇ ਮਸਲੇ ਰਹੇ ਨੇ, ਪੰਜਾਬ ਦੀ ਰਾਜਧਾਨੀ ਦਾ, ਪੰਜਾਬ ਦੇ ਮਸਲੇ ਉਸ ਸਟੇਟ ਦੇ ਨਾਲ ਰਹੇ ਨੇ ਜਿਹੜੀ ਸਟੇਟ ਹੁਣ ਪੰਜਾਬ ਦੇ ਨਾਲ ਭਾਈਵਾਲੀ ਕਰਕੇ ਕਿਸਾਨੀ ਅੰਦੋਲਨ ਜਿਨ੍ਹਾਂ ਨੇ ਲੜਿਆ, ਕਾਰਨ ਚਾਹੇ ਜੋ ਵੀ ਰਹੇ ਹੁਣ, ਰਾਜਨੀਤਿਕ ਲੀਡਰਾਂ ਨੇ ਫੁੱਟ ਪਵਾ ਦਿੱਤੀ ਹੋਵੇ ਜਾਂ ਇਹ ਮੁੱਦੇ ਖੜੇ ਕੀਤੇ ਗਏ ਹੁਣ, ਪਰ ਪੰਜਾਬ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਬੜਾ ਲੰਬਾ ਸਮਾਂ ਖੂਨ ਖਰਾਬਾ ਹੁੰਦਾ ਰਿਹਾ। ਪੰਜਾਬ ਦੀ ਰਾਜਧਾਨੀ ਦਾ ਮਸਲਾ, SYL ਨਹਿਰ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜਿਹੜੀਆਂ ਹੋਰ ਸਟੇਟਾਂ ਨੇ, ਚਾਹੇ ਉਹ ਰਾਜਸਥਾਨ ਦੇ ਏਰੀਏ ਦੇ ਨਾਲ ਲੱਗਦੇ ਨੇ ਜਿਹੜੇ ਇਲਾਕੇ, ਉਹਨਾਂ ਨੂੰ ਲੈਣ ਦਾ ਜਿਹੜਾ ਹੁਣ ਤੁਸੀਂ ਉਹਨਾਂ ਦੇ ਨੁਮਾਇੰਦੇ ਹੋ ਜਿਨ੍ਹਾਂ ਦਾ ਮੁੱਖ ਚਿਹਰਾ
ਹਰਿਆਣੇ ਦੇ ਵਿੱਚ ਹੈ। ਹਾਲਾਂਕਿ ਹੁਣ ਪੰਜਾਬ ਹਰਿਆਣਾ ਭਾਈ ਭਾਈ ਨੇ, ਭਾਈ ਭਾਈ ਹੋ ਕੇ ਇਹਨਾਂ ਨੇ ਕਿਸਾਨੀ ਅੰਦੋਲਨ ਲੜਿਆ। ਇਹ ਵੀ ਆਖਿਆ ਜਾਂਦਾ ਕਿ ਪੰਜਾਬ ਬੜਾ ਭਾਈ ਹੈ। ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਜਦੋਂ ਪੁੱਛਦੇ ਸੀ, ਉਹ ਕਹਿੰਦੇ ਸੀ ਕਿ ਅਸੀਂ ਆਪਸ ਦੇ ਵਿੱਚ ਮਿਲ ਕੇ ਕਰ ਲਵਾਂਗੇ। ਪਰ ਰਾਜਨੀਤੀ ਪਿਆਰ ਦੇ ਨਾਲੋਂ ਬੜੀ ਵੱਖਰੀ ਹੈ। ਰਾਜਨੀਤੀ ਦੇ ਵਿੱਚ ਮੁੱਦਿਆਂ ਦੀ ਗੱਲ ਹੁੰਦੀ ਹੈ, ਰਾਜਨੀਤੀ ਦੇ ਵਿੱਚ ਏਜੰਡੇ ਜਿਹੜੇ ਨੇ ਉਹ ਸਾਹਮਣੇ ਰੱਖੇ ਜਾਂਦੇ ਨੇ। ਤਾਂ ਇਹਨਾਂ ਮੁੱਦਿਆਂ ਨੂੰ ਹਰਿਆਣੇ ਦੇ ਨਾਲ ਤੁਸੀਂ ਕਿਵੇਂ ਹੱਲ ਕਰੋਗੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਦਾ ਮਸਲਾ ਆ ਜਾਂ ਪੰਜਾਬ ਦੀ ਰਾਜਧਾਨੀ ਦਾ ਮਸਲਾ ਆ? ਦੇਖੋ, ਇਹ ਮਸਲੇ ਨੇ ਜਿਹੜੇ ਇਹਨਾਂ ਤੇ ਮੇਰੇ ਖਿਆਲ 70 ਸਾਲ ਹੋ ਗਏ ਸਿਆਸਤ ਹੁੰਦੀ ਨੂੰ। ਮੇਰੇ ਹਿਸਾਬ ਨਾਲ ਇਹ ਤਾਂ ਮੁੱਦੇ ਹੀ ਨਹੀਂ ਹੈ। ਮੁੱਦੇ ਤਾਂ ਹੋਰ ਹੀ ਬਹੁਤ ਨੇ। ਪਾਣੀਆਂ ਦਾ ਮੁੱਦਾ, ਜੇ ਮੇਰੀ ਗੱਲ ਸੁਣੋ, ਹੁਣ ਉੱਪਰ ਤੇ ਪ੍ਰਮਾਤਮਾ ਨੇ ਇੰਨੀ ਬਾਰਿਸ਼ ਕੀਤੀ ਹੈ, ਸਾਨੂੰ ਪਾਣੀ ਦੀ ਲੋੜ ਨਹੀਂ ਸੀ। ਇਹ ਤਾਂ ਕੁਦਰਤ ਦੀ ਖੇਡ ਹੈ। ਜਿਹੜੀ ਇਹ ਅਸਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ, ਇਹ SYL ਇਹ ਪਾਣੀਆਂ ਤੇ ਚੰਡੀਗੜ੍ਹ ਦੇ ਮੁੱਦੇ ਨੇ ਹੀ ਪੰਜਾਬ ਤੇ ਹਰਿਆਣੇ ਨੂੰ ਕਮਜ਼ੋਰ ਕੀਤਾ। ਇਹਦੇ ਹੀ ਰਾਜਨੀਤੀ ਚੱਲਦੀ ਰਹੀ ਹੈ। ਹੁਣ ਆਪਣੇ ਇਲੈਕਸ਼ਨ 22 ਚ ਹੈ, ਉਧਰ 24 ਚ ਹੈ ਜੀ। ਹੁਣ 24 ਦੇ ਵਿੱਚ ਉਧਰੋਂ ਇਹ ਸਵਾਲ ਹੋਣੇ ਸ਼ੁਰੂ ਹੋ ਜਾਣਗੇ ਵੀ ਤੁਸੀਂ ਪੰਜਾਬ ਦੇ ਨਾਲ ਰਲੇ ਹੋਏ, ਤੁਸੀਂ ਪਾਣੀ ਕਿਉਂ ਨਹੀਂ ਲੈ ਕੇ ਆਉਂਦੇ? ਹਿਮਾਚਲ ਪਾਣੀ ਦੇ ਰਿਹਾ ਦਿੱਲੀ ਨੂੰ ਜੀ, ਰਾਇਲਟੀ ਲੈਂਦਾ। ਅਸੀਂ ਪਾਣੀ ਦੇ ਰਹੇ ਹਾਂ ਰਾਜਸਥਾਨ ਨੂੰ, ਸਾਨੂੰ ਪੂਰਾ ਰਾਇਲਟੀ ਨਹੀਂ ਮਿਲਦੀ ਹੈਗੀ। ਸਾਡਾ 17 ਲੱਖ ਹਜ਼ਾਰ ਕਰੋੜ ਰੁਪਏ ਦਾ ਪਾਣੀ ਹੈ ਜਿਹੜਾ 1 ਸਾਲ ਦਾ ਆਪਣੋ ਰਾਜਸਥਾਨ ਨੂੰ ਜਾ ਰਿਹਾ ਹੈ। ਹਰਿਆਣਾ ਤੋਂ ਇਲਾਵਾ ਰਾਜਸਥਾਨ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਜਾ ਰਿਹਾ ਹੈ। ਤੇ ਜੇ ਅਸੀਂ ਉਹ ਪਾਣੀ ਦੇ ਉੱਤੇ 1 ਪੈਸਾ ਰਾਇਲਟੀ ਲੈ ਲਈਏ ਤਾਂ ਸਾਨੂੰ 17 ਲੱਖ ਹਜ਼ਾਰ ਕਰੋੜ ਰੁਪਏ ਦੀ ਆਮਦਨ ਹੈ। ਸਾਡਾ 3.25 ਲੱਖ ਦਾ ਕਰਜ਼ਾ ਹੈ। ਸਾਡਾ ਤਾਂ 1 ਸਾਲ ਦੇ ਵਿੱਚ ਨਿਬੜ ਜੂਗਾ। ਸਾਨੂੰ ਆ ਝੋਨੇ ਫਲਾਣਾ ਧਮਕਾਣਾ ਕਰਨ ਦੀ ਲੋੜ ਹੀ ਕੋਈ ਨਹੀਂ ਹੈ। ਅਸੀਂ ਤਾਂ ਆਪਣੇ ਨਾਲੇ ਅੱਧਾ ਪਾਣੀ ਉਹਦੇ 'ਚ ਜੇ ਅਸੀਂ 17 ਨਹੀਂ ਤਾਂ 8.5 ਤੇ ਹੀ ਆ ਜਾਈਏ, 8.5 ਕਰੋੜ ਰੁਪਇਆ ਤਾਂ ਅਸੀਂ ਕਹਿ ਦਈਏ ਵੀ ਚਲੋ ਅਸੀਂ ਅੱਧਾ ਪਾਣੀ ਅਸੀਂ ਵਰਤਣਾ, ਅੱਧਾ ਤੁਸੀਂ ਲਈ ਜਾਓ, ਤਾਂ ਵੀ ਸਾਨੂੰ ਇੰਨਾ ਪੈਸੇ ਆਉਂਦੇ ਆ। ਸੋ ਇਹ ਜਿਹੜੀ ਇੱਥੇ ਰਾਜਨੀਤੀ ਹੁਣ ਹੋਰਨ ਜਾ ਰਹੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, 5 ਸਟੇਟਾਂ 'ਚ ਇਲੈਕਸ਼ਨ ਹੋ ਰਹੀ ਹੈ। 4 ਸਟੇਟਾਂ ਦੇ ਵਿੱਚ BJP ਦੀ ਸਰਕਾਰ ਆ। ਉੱਥੇ ਕੇਜਰੀਵਾਲ ਕਿਉਂ ਇਲੈਕਸ਼ਨ ਨਹੀਂ ਲੜ ਰਿਹਾ ਤੇ ਪੰਜਾਬ ਦੇ ਵਿੱਚ ਹੀ ਕਿਉਂ ਲੜ ਰਿਹਾ ਹੈ? ਕਿਉਂਕਿ BJP ਨੂੰ ਗੋਆ ਦੇ ਵਿੱਚ ਕੇਜਰੀਵਾਲ ਲੜ ਰਹੇ ਨੇ ਇਲੈਕਸ਼ਨ। ਉਹ ਚਲੋ ਜੀ, ਉਹ ਤਾਂ ਛੋਟੀ ਸਟੇਟ ਹੈ। ਛੋਟੀ ਸਟੇਟ ਆ, ਉਹਦੇ ਉੱਤੇ ਜ਼ੋਰ ਵੀ ਕੀ ਆ, ਕੁਛ ਨਹੀਂ ਹਲੇ। ਉਹ ਤਾਂ ਸਿਰਫ ਤੇ ਸਿਰਫ ਇੱਕ ਟ੍ਰਾਇਲ ਚੱਲ ਰਿਹਾ ਉੱਥੇ ਜੀ। ਉਹ ਵੀ ਇਹਨਾਂ ਦੀ ਸਾਰੀ ਮਿਲੀ ਭੁਗਤ ਆ ਵੀ ਕੱਲ ਨੂੰ ਇਹ ਨਾ ਕਹਿਣ ਬਾਕੀ ਦੀਆਂ ਸਟੇਟਾਂ ਦੇ ਵਿੱਚ ਵੀ ਹਾਂ ਯਾਰ ਉੱਥੇ ਕਿਉਂ ਨਹੀਂ ਲੜ ਰਿਹਾ। ਇੱਕ ਛੋਟੇ ਜਿਹੇ ਉੱਥੇ 4 ਬੰਦੇ ਛੱਡਤੇ। ਯੂਪੀ ਭਾਰਤੀ ਸਭ ਤੋਂ ਬੜੀ ਸਟੇਟ ਹੈ ਜਿਹੜੀ ਦੇਸ਼ ਦੇ ਮੁੱਖ ਮੰਤਰੀ ਦਾ, ਪ੍ਰਧਾਨ ਮੰਤਰੀ ਦਾ ਫੈਸਲਾ ਕਰਦੀ ਹੈ। ਹਾਂਜੀ, ਉੱਥੇ ਨਹੀਂ ਲੜ ਰਿਹਾ। ਤੁਹਾਨੂੰ ਕੀ ਲੱਗਦਾ ਕਿ ਇਹ BJP ਦੇ ਨਾਲ ਰਲੇ ਹੋਏ ਨੇ? ਬਿਲਕੁਲ, ਇਹ BJP ਦੀ B ਟੀਮ ਹੈ ਜੀ। ਤੁਸੀਂ ਮੈਂ ਰੋਜ਼ ਇੱਕ ਆਪਣੀ ਵੀਡੀਓ ਜਿਹੜੀ ਹੈਗੀ ਹੈ ਉਹ ਰੋਜ਼ ਲੋਕਾਂ ਨੂੰ ਸੁਣਾਉਣਾ, ਜਿਹਦੇ ਵਿੱਚ ਕੇਜਰੀਵਾਲ ਆਪਣੇ ਆਪ ਮੰਨਦਾ ਕਿ ਮੈਂ ਜਨਸੰਘ ਨਾਲ ਦਾ ਬੰਦਾ ਤੇ ਮੈਂ BJP ਦੀ ਪਦੈਸ਼ ਹਾਂ ਤੇ ਮੇਰਾ ਬਾਪ ਜਿਹੜਾ ਹੈਗਾ ਇਹਦੇ ਵਿੱਚ ਜੇਲ੍ਹ ਕੱਟ ਕੇ ਆਇਆ। ਇਸ ਢੰਗ ਨਾਲ ਤੁਹਾਡੇ ਪੰਜਾਬ ਦੇ ਵਿੱਚ ਹਿੰਦੂ ਵੋਟ ਟੁੱਟੇਗੀ? ਦੇਖੋ, ਮੇਰੀ ਗੱਲ ਸੁਣੋ, ਸਾਡੀ ਇਹ ਤਾਂ ਗੱਲ ਨਹੀਂ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਮੈਂ ਤਾਂ ਤੁਹਾਨੂੰ ਇਹ ਤੁਹਾਡੇ ਜਵਾਬ ਦਿੱਤਾ ਹੈ ਵੀ ਇਹ ਬੰਦਾ BJP ਦੀ B ਟੀਮ ਹੈ। ਠੀਕ ਹੈ ਨਾ ਗੱਲ? ਮੈਂ ਨਹੀਂ ਕਹਿੰਦਾ ਹੈਗਾ ਵੀ ਹਾਂ ਮੇਰੀ ਵੋਟ ਟੁੱਟੂਗੀ ਜਾਂ ਨਹੀਂ ਟੁੱਟੂਗੀ। ਇਹ BJP ਦੀ B ਟੀਮ ਹੈ। ਹੁਣ BJP ਇੱਕ ਪਾਰਟੀ ਹੈ, ਠੀਕ ਹੈ ਨਾ? ਉਸ ਪਾਰਟੀ ਦੇ ਖਿਲਾਫ ਅਸੀਂ ਇਲੈਕਸ਼ਨ ਲੜ ਰਹੇ ਹਾਂ, ਠੀਕ ਹੈ ਨਾ? ਤੇ ਬਾਕੀ ਰਹੀ ਗੱਲ ਇਹ ਕਿ ਅੱਗੇ ਕਿਹੜਾ ਸਾਨੂੰ BJP ਵੋਟ ਪਾਉਂਦੀ ਹੈ? ਇਹ ਤਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਵਾਲੇ ਆ, ਠੀਕ ਹੈ ਨਾ ਗੱਲ? ਤੇ ਇਹਦੇ ਵਿੱਚ ਜਿਹੜੇ ਸਾਡੇ ਚਾਹਣੇ ਵਾਲੇ ਲੋਕ ਨੇ, ਉਹ ਚਾਹੇ ਮੈਂ ਕਹਿੰਦਾ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੇ ਨੇ। ਹੁਣ BJP ਵਾਲਿਆਂ ਦੇ ਢਿੱਡ ਨਹੀਂ ਲੱਗਿਆ ਵਾ ਕਿ ਕਾਂਗਰਸੀਆਂ ਦੇ ਢਿੱਡ ਨਹੀਂ ਲੱਗਿਆ ਵਾ? ਬਿਲਕੁਲ, ਸਭ ਦੇ ਢਿੱਡ ਲੱਗਿਆ ਵਾ। ਹਰ ਇੱਕ ਨੂੰ ਅੰਨ ਚਾਹੀਦਾ। ਜਿਹੜਾ ਅੰਨਦਾਤੇ ਨਾਲ ਆਹ ਦੁਰਦਸ਼ਾ ਕਰਦਾ ਉਹ ਸਾਡਾ ਕੀ ਲੱਗਦਾ? ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਅਸਲ ਦੇ ਵਿੱਚ ਜਿਹੜੇ ਤੁਸੀਂ ਆ ਮੁੱਦੇ ਦੀ SYL ਦੇ ਮੁੱਦੇ ਦੀ ਗੱਲ ਕੀਤੀ ਹੈ ਜਾਂ ਦੂਜੀ ਗੱਲ ਕੀਤੀ ਹੈ, ਇਹ ਤਾਂ ਯਾਰ ਇਹਨਾਂ ਨੇ ਰਾਜਨੀਤੀ ਉਹੀ ਇਹਨਾਂ ਨੇ ਗੰਦਲੀ ਕੀਤੀ ਆ ਮੁੱਦਿਆਂ ਨੇ। ਇਹ ਮੇਰਾ ਖਿਆਲ ਹੈ ਇਹ ਘੰਟਿਆਂ ਦਾ ਕੰਮ ਸੁਲਝਾਇਆ ਜਾ ਸਕਦਾ ਜੇ ਸਾਨੂੰ ਪਾਣੀ ਦਾ ਮੁੱਲ ਮਿਲਣ ਲੱਗ ਜਾਵੇ। ਸਾਨੂੰ ਸਾਡੇ ਦੇਸ਼ ਪੰਜਾਬ ਨੂੰ ਤਾਂ ਕੰਮ ਕਰਨ ਦੀ ਲੋੜ ਨਹੀਂ ਹੈਗੀ, ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। 2 ਨਹਿਰਾਂ ਸਾਡੀਆਂ ਚਲੋ ਚੱਲ ਹੀ ਪੈਂਦੀਆਂ ਨੇ ਮੰਨ ਲਓ, ਤੇ ਸਾਨੂੰ ਤਾਂ ਫਿਰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ। ਆਰਾਮ ਨਾਲ ਆਪਣੀਆਂ ਚੰਗੀਆਂ ਫਸਲਾਂ ਬੀਜਾਂਗੇ, ਚੰਗੇ ਪੈਸੇ ਕਮਾਵਾਂਗੇ। ਹੁਣ ਮੈਨੂੰ ਐਂ ਦੱਸੋ, ਕਰਾਚੀ ਦਾ ਸਮਾਨ ਜਿਹੜਾ ਹੈਗਾ ਉਧਰ ਗੋਆ ਬੰਦਰਗਾਹ ਥਰੂ ਇੰਡੀਆ ਦੇ ਵਿੱਚ ਆਉਂਦਾ ਵੀ ਤੇ ਜਾਂਦਾ ਵੀ ਹੈ। ਬਿਲਕੁਲ, ਕਿ ਸਾਡੇ ਵਾਲੇ ਵਾਘੇ ਬਾਰਡਰ ਤੋਂ ਕਿਉਂ ਨਹੀਂ ਅਸੀਂ 4500 ਨੂੰ ਕਣਕ ਵੇਚ ਸਕਦੇ ਉੱਥੇ ਜਾ ਕੇ? ਮੰਗ ਕਰਦੇ ਹੋ ਕਿ? ਬਿਲਕੁਲ,
ਕਰਦੇ ਨਹੀਂ ਮੰਗ। ਜਿੱਦਣ ਸਰਕਾਰ ਬਣਾਈ ਤੁਹਾਡੇ ਏਜੰਡੇ ਉੱਤੇ ਹੈ? ਬਿਲਕੁਲ ਹੈਗੀ ਹੈ। ਜਿਸ ਦਿਨ ਅਸੀਂ ਸਰਕਾਰ ਬਣਾਈ, ਅਸੀਂ ਆਹ ਜਿਹੜਾ ਅੰਦੋਲਨ ਲੜਿਆ, ਇਸ ਤਰ੍ਹਾਂ ਹੀ ਅੰਦੋਲਨ ਜਾ ਕੇ ਵਾਘੇ ਬਾਰਡਰ ਤੇ ਲੜਾਂਗੇ। ਹੁਣ ਖੋਲ ਮੇਰੀ ਗੱਲ ਸੁਣੋ, ਸਾਡਾ ਰੌਲਾ ਕੀ ਹੈ? ਵਪਾਰ ਦਾ ਤਾਂ ਸਾਡਾ ਰੌਲਾ ਨਹੀਂ ਹੈ ਨਾ ਜੀ। ਵਪਾਰ ਤਾਂ ਅਸੀਂ ਬਾਕੀ ਦੇ ਦੇਸ਼ਾਂ ਨਾਲ ਵੀ ਕਰਦੇ ਹਾਂ। ਬਿਲਕੁਲ। ਵੀ ਸਾਡਾ ਵਪਾਰ ਇਹਨਾਂ ਨਾਲ ਵੀ ਖੁੱਲ੍ਹਣਾ ਚਾਹੀਦਾ ਹੈ। ਜੇ ਸਾਡੀ ਕਣਕ 2200 ਨੂੰ 2100 ਨੂੰ ਜਿਹੜੀ ਦੁਰਦਸ਼ਾ ਹੁੰਦੀ ਹੈ, ਜੇ ਸਾਡੀ 4500 ਨੂੰ ਵਿਕਦੀ ਹੋਵੇ, ਸਰਕਾਰ ਨੂੰ ਕੀ ਫਰਕ ਹੈ ਇਸ ਗੱਲ ਦਾ? ਅਸੀਂ 4500 ਨੂੰ ਵੇਚ ਕੇ ਖੁਸ਼ਹਾਲ ਹੋਵਾਂਗੇ। ਤੇ ਇਹ ਇੱਥੋਂ ਕਣਕ ਚੱਕਦੇ ਨੇ, ਪਹਿਲਾਂ ਬੰਦਰਗਾਹ ਤੇ ਲੈ ਕੇ ਜਾਂਦੇ ਨੇ, ਉੱਥੇ ਥਰੂ ਵੇਚਦੇ ਨੇ ਗਾਹਾਂ, ਉੱਥੇ ਇਹਨਾਂ ਦਾ ਵਪਾਰੀ ਕਰਨਾ। ਸੋ ਇਹ ਕਹਿਣ ਦਾ ਭਾਵ ਇਹ ਹੈ ਵੀ ਇਹ ਸਾਡੇ ਨਾਲ ਸਰੋਸਰੀ ਹਰ ਪਾਸੇ ਨੂੰ ਦਿੱਲੀ ਧੱਕਾ ਕਰਦੀ ਹੈ, ਜਿਹੜਾ ਕਿ ਅਸੀਂ ਸਰਕਾਰ ਬਣਾਉਣ ਤੋਂ ਬਾਅਦ ਬਰਦਾਸ਼ਤ ਹੀ ਨਹੀਂ ਕਰਾਂਗੇ। ਤਾਂ ਜੇਕਰ ਸਰਕਾਰ ਬਣਦੀ ਹੈ ਤਾਂ ਤੁਸੀਂ ਇਹ ਜਿਹੜੇ ਏਜੰਡੇ ਤੁਸੀਂ ਲੈ ਕੇ ਚੱਲ ਰਹੇ ਹੋ ਕਿ ਬਾਰਡਰਾਂ ਦੇ ਥਰੂ ਜਿਹੜਾ ਵਪਾਰ ਹੈ ਉਹ ਖੋਲਿਆ ਜਾਵੇਗਾ, ਪੰਜਾਬ ਦੇ ਜਿਹੜੇ ਮਸਲੇ ਨੇ ਹੱਲ ਕੀਤੇ ਜਾਣ। ਹਾਂ ਬਿਲਕੁਲ। ਜਾਂ ਸਾਡੇ ਨਾਲ ਬਾਰਡਰ ਨਾ ਲੱਗਦਾ ਹੋਵੇ। ਸਾਡੇ ਨਾਲ ਬਾਰਡਰ ਲੱਗਦਾ ਹੈ, ਔਰ ਬਾਰਡਰ ਵੀ ਐਸਾ ਲੱਗਦਾ ਇਧਰੋਂ ਵੀ ਸੜਕਾਂ ਪੂਰੀਆਂ ਵਧੀਆ ਨੇ, ਉਧਰੋਂ ਵੀ ਸੜਕਾਂ ਵਧੀਆ ਨੇ। ਤੇ ਦੇਖੋ ਗੱਲ ਤਾਂ ਸਾਡੀ ਇੰਨੀ ਹੋ ਹੈ ਵੀ ਸਾਡਾ ਫਸਲ ਜੇ ਸਾਡੀ ਵਿਕਦੀ ਹੋਵੇ ਪਾਕਿਸਤਾਨ ਦੇ ਵਿੱਚ ਜਾ ਕੇ ਟ੍ਰਿਪਲ ਰੇਟ ਦੇ ਉੱਤੇ, ਤੇ ਸਾਨੂੰ ਇਹਨਾਂ ਨਾਲ ਹੱਥ ਚ ਅੱਡਣ ਦੀ ਲੋੜ ਹੀ ਨਹੀਂ ਹੈਗੀ। ਦੇਸ਼ ਦੇ ਵਿੱਚ MSP ਦੇ ਉੱਤੇ ਜਿਹੜਾ ਲੰਬਾ ਹੋਣਾ, ਆਹ ਰੌਲਾ ਹੀ ਨਾ ਪਵੇ ਜੀ, ਇਹ ਸਭ ਰੌਲੇ ਹੀ ਖਤਮ ਹੋ ਜਾਣਗੇ। ਤਾਂ ਕਿਉਂ ਨਹੀਂ ਖੋਲਿਆ ਜਾ ਰਿਹਾ? ਆਖਰੀ ਸਵਾਲ, ਕਿਉਂ ਨਹੀਂ ਖੋਲਿਆ ਜਾ ਰਿਹਾ? ਕਾਰਨ ਇਹ ਉਹੀ ਰਾਜਨੀਤੀ ਹੋ ਰਹੀ ਹੈ ਇੱਥੇ ਵੀ ਜੇ ਪੰਜਾਬ ਦਾ ਕਿਸਾਨ ਆ ਜਿਹੜਾ ਹੋਰ ਖੁਸ਼ਹਾਲ ਹੋ ਗਿਆ ਤੇ ਫਿਰ ਸਾਨੂੰ ਹੋਰ ਧਰਨੇ ਲਾਊਗਾ। ਇਹ ਰੌਲਾ ਜੀ। ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਹੈ ਸਰਬਜੀਤ ਸਿੰਘ ਮੱਖਣ ਜੀ ਦੇ ਨਾਲ। ਤਾਂ ਕਿਸਾਨ ਜਥੇਬੰਦੀਆਂ ਦੇ ਏਜੰਡੇ ਦੇ ਉੱਤੇ ਹੈ ਕਿ ਕਿਸਾਨੀ ਨੂੰ ਪ੍ਰਫੁੱਲਤ ਕਰਨ ਦੇ ਲਈ ਪੰਜਾਬ ਦੇ ਬਾਰਡਰ ਏਰੀਆ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਆ, ਉੱਥੋਂ ਜਿਹੜਾ ਵਪਾਰ ਆ ਉਹ ਖੁੱਲ੍ਹਣਾ ਚਾਹੀਦਾ ਆ, ਜਿਸ ਦੇ ਨਾਲ ਪੰਜਾਬ ਦਾ, ਹਰਿਆਣੇ ਦਾ ਅਤੇ ਹੋਰ ਜਿਹੜੇ ਨਾਰਥ ਇੰਡੀਆ ਦੇ ਜਿਹੜੀਆਂ ਸਟੇਟਸ ਨੇ ਜਿੱਥੇ ਖੇਤੀ ਹੁੰਦੀ ਹੈ, ਉੱਥੋਂ ਦੇ ਜਿਹੜੇ ਕਿਸਾਨ ਨੇ ਉਹ ਹੋਰ ਅਮੀਰ ਹੋ ਸਕਦੇ ਨੇ, ਉਹਨਾਂ ਦੀ ਖੁਸ਼ਹਾਲੀ ਹੋ ਸਕਦੀ ਹੈ, ਕਰਜ਼ੇ ਨੇ ਜਿਹੜੇ ਇਹਨਾਂ ਦੇ ਸਿਰ ਤੋਂ ਲੱਥ ਸਕਦੇ ਨੇ। ਤਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਤੁਸੀਂ ਸੁਣੇ ਨੇ, ਉਹਨਾਂ ਦੇ ਜਿਹੜੇ ਏਜੰਡੇ ਨੇ, ਜਿਹੜੇ ਏਜੰਡੇ ਲੈ ਕੇ ਲੋਕਾਂ ਦੇ ਵਿੱਚ ਉਹ ਜਾ ਰਹੇ ਨੇ, ਉਹਨਾਂ ਏਜੰਡਿਆਂ ਬਾਰੇ ਉਹਨਾਂ ਦੱਸਿਆ ਹੈ ਕਿ ਇਹਨਾਂ ਏਜੰਡਿਆਂ ਦੇ ਨਾਲ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਵੱਡੀ ਗੱਲ ਕਿ ਰਾਜਨੀਤੀ ਦੇ ਉੱਤੇ ਗੱਲਬਾਤ ਕਰਦੇ ਆ ਇਹਨਾਂ ਆਖਿਆ ਹੈ ਕਿ ਕਿਸਾਨ ਜਥੇਬੰਦੀਆਂ ਰਾਜਨੀਤੀ ਦੇ ਵਿੱਚ ਨਾ ਤਾਂ ਧਰਮ ਨੂੰ ਵੜਨਾ ਚਾਹੁੰਦੀਆਂ ਤੇ ਨਾ ਹੀ ਜਾਤ ਪਾਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਨੇ, ਤੇ ਨਾ ਹੀ ਇਹਨਾਂ ਦਾ ਮੰਨਣਾ ਹੈ ਕਿ ਰਾਜਨੀਤੀ ਦੇ ਵਿੱਚ ਜਾਤ ਪਾਤ ਅਤੇ ਧਰਮ ਨੂੰ ਕੋਈ ਥਾਂ ਦੇਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਜਦੋਂ ਦੇਖਦੇ ਹਾਂ ਦੂਜੇ ਬੰਨੇ ਸਿਆਸੀ ਪਾਰਟੀਆਂ ਨੂੰ, ਤਾਂ ਸਿਆਸੀ ਪਾਰਟੀਆਂ ਇਸ ਵਕਤ ਪੰਜਾਬ ਦੇ ਵਿੱਚ ਇਸੇ ਹੋੜ ਦੇ ਵਿੱਚ, ਇਸੇ ਦੌੜ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਆਖਿਰ ਦਲਿਤ, ਸਿੱਖ, ਹਿੰਦੂ, ਮੁਸਲਿਮ, ਈਸਾਈ ਦੀ ਰਾਜਨੀਤੀ ਕੀਤੀ ਜਾਵੇ। ਫੈਸਲਾ ਲੋਕਾਂ ਦੇ ਹੱਥ ਹੈ, ਲੋਕ ਫੈਸਲਾ ਕਰਨਗੇ 20 ਫਰਵਰੀ ਨੂੰ ਆਖਿਰ ਕਿਸ ਦੇ ਹੱਥ ਦੇ ਵਿੱਚ ਉਹ ਫਤਵਾ ਜਾਰੀ ਕਰਦੇ ਨੇ। ਤੁਸੀਂ ਦੇਖਦੇ ਰਹੋ KTV UK। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।